आद निरंजन है गुरु नानक, धार के मूरत है जग आयो। लोक सुनियो परलोक सुनियो, विद लोक सुनियो सब दर्शन पायो। संगत पार उतारन को, गुरु नानक साहिब पंथ चलायो। वाहिगुरु श्री गुरु नानक साहिब, धार के मूरत है जग आयो। आद करो गुरुदेव को बंदन, वाहिगुरु मुख माहे उचारी। दोए कर जोर करो चरणा पर, जाऊं सदा गुर को बलिहारी। कान सुने उपमा गुर की, गुर मूरत ध्यान हृदय में धारी। वाहिगुरु श्री गुरु नानक साहिब, सेवक सारण गही दरबारी। डंडौत बंदन अनक बार, सर्व कला समरथ। डोलन ते राखो प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मान प्रगास। मुँह कुचरै शास्त्र खाट, पेंग गिरन चढ़ जाए। अंध लखै बदरो सुनै, जो काल कृपा कराए। गुरु नानक पुरुषोत्तम, परम परावर नाथ। जुगल चरण मम बंदना, धार कार धार पर मात। गुरु नानक सुख सिंध को, हाथ जोर प्रणाम। जिस करना ते वड अगी, पाव है गत विश्राम। सतनाम श्री वाहिगुरु साहिब जी। भादोए भरम भुलाणिया, दूजै लगा हेत। लख सिगार बनाया, कारज नाहि केत। भादोए भरम भुलाणिया, दूजै लगा हेत। लख सिगार बनाया, कारज नाहि केत। जित दिन देह बिनससी, तित वेल कहसन प्रेत। पकड़ जलाइन दूध जम, किसै ना देनी भेत। छट खड़ोते खिनै माहे, जिन स्यों लगा हेत। हाथ मरोड़ै तन कपे, स्याह होआ सेत। जेहा बीजै सो लुणै, कर्मा संदड़ा खेत। नानक प्रभ शरणागति, चरण बोहित प्रभ देत। से भादोए नरक ना पाईहै, गुर रखण वाला हेत। नानक प्रभ शरणागति, चरण बोहित प्रभ देत। से भादोए नरक ना पाईहै, गुर रखण वाला हेत। वाहिगुरु जी का खालसा, वाहिगुरु जी की फतेह।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰ ਰਹੇ ਹੋ। ਚੱਲ ਰਹੀ ਅਸਾਮ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਦੀ ਵਾਰਦਾਤ ਸੰਪੂਰਨ ਕੀਰਤਨ ਹਰਜਸ ਅੰਮ੍ਰਿਤ ਰੂਪੀ ਪਾਵਨ ਗੁਰਬਾਣੀ ਵਿੱਚੋਂ ਅੱਜ ਜੋ ਮਹੀਨਾ ਆਰੰਭ ਹੋ ਰਿਹਾ ਹੈ 12 ਮਾਹਾਂ ਔਰ ਭਾਦੋਂ ਮਹੀਨੇ ਦੀ ਵਿਚਾਰ ਆਪ ਸਾਰੀਆਂ ਸੰਗਤਾਂ ਨੇ ਸ਼ਰਵਣ ਕਰਨੀ ਹੈ। ਸਿਆਣੇ ਪੁਰਸ਼ਾਂ ਨੇ ਸਤਸੰਗੀਆਂ ਨੂੰ ਉਤਸ਼ਾਹ ਪੈਦਾ ਕਰਨ ਲਈ ਗੁਰੂ ਘਰ ਨਾਲ ਜੋੜਨ ਵਾਸਤੇ ਸੇਵਾ ਸਿਮਰਨ ਦੀ ਸੋਝੀ ਸਮੱਤ ਦੇਣ ਲਈ ਗੁਰਬਾਣੀ ਦੀ ਜੋ ਉੱਤਮ ਸ੍ਰੇਸ਼ਟ ਕਥਾ ਹੈ ਕੀਰਤਨ ਦੇ ਨਾਲ ਕਥਾ ਪ੍ਰਸੰਗ ਵੀ ਰੱਖੇ ਗਏ ਹਨ, ਜਿਹਦੇ ਦੁਆਰਾ ਸਾਨੂੰ ਬਾਣੀ ਦਾ ਅਰਥ ਵਿਚਾਰ ਸੁਣ ਕੇ ਗੁਰਮਤਿ ਮਾਰਗ ਦੇ ਚੱਲਣ ਦੀ ਸੂਝ-ਬੂਝ ਪ੍ਰਾਪਤ ਹੁੰਦੀ ਹੈ। ਕਥੜੀਆਂ ਸੰਤਾਹ ਤੇ ਸਖਾਉ ਬੰਧੀਆ, ਇਹ ਮਹਾਂਪੁਰਸ਼ਾਂ ਦੀਆਂ ਕਥਾ ਧਰਮ ਪਰਮਾਰਥ ਦੇ ਰਸਤੇ ਤੇ ਚੱਲਣ ਵਾਲਿਆਂ ਲਈ ਬੜੀਆਂ ਸੁਖਦਾਈ ਸੋਭਨੀਕ ਹੁੰਦੀਆਂ ਹਨ। ਜਿਸ ਤਰ੍ਹਾਂ ਕਿਸੇ ਇਨਸਾਨ ਨੂੰ ਕੋਈ ਭੈੜੀ ਆਦਤ ਪੈ ਜਾਂਦੀ ਹੈ, ਉਹਦੇ ਲਈ ਉਸ ਦਾ ਤਿਆਗ ਕਰਨਾ ਬੜਾ ਕਠਿਨ ਹੈ। ਫਿਰ ਮਹਾਂਪੁਰਖ ਨੂੰ ਯੁਕਤੀ ਦੇ ਨਾਲ ਸਮਝਾਉਂਦੇ ਹਨ ਕਿ ਤੂੰ ਮਹੀਨੇ ਵਿੱਚ 4 ਦਿਨ ਰੱਖ ਲੈ ਕੇ ਮੱਸਿਆ ਵਾਲੇ ਦਿਨ, ਸੰਗਰਾਂਦ ਦਾ ਦਿਨ, ਪੁੰਨਿਆ ਜਾਂ ਕੋਈ ਇਕਾਦਸ਼ੀ ਦਾ ਦਿਨ, ਜਾਂ ਕੋਈ ਗੁਰਪੁਰਬ ਵਾਲੇ ਦਿਨ, ਕੋਈ ਸ਼ਹੀਦਾਂ ਦਾ ਦਿਨ, ਕੋਈ ਮਹਾਂਪੁਰਖਾਂ ਦਾ ਦਿਨ ਹੈ। ਇਹਨਾਂ ਦਿਨਾਂ ਦੇ ਵਿੱਚ ਨਸ਼ਾ ਵਗੈਰਾ ਨਾ ਕਰਿਆ ਕਰ। ਉਸ ਦਿਨ ਤੂੰ ਸੰਗਤ ਵਿੱਚ ਆ ਕੇ ਕਥਾ ਪ੍ਰਸੰਗ ਸੁਣਿਆ ਕਰ। ਜੇ ਸਮਾਂ ਮਿਲ ਜਾਏ ਤੇ ਕੋਈ ਸੇਵਾ ਕਰਿਆ ਕਰ। ਸੰਗਤ ਨਾਲ ਮਿਲ ਕੇ ਕੋਈ ਜਾਪ ਵਗੈਰਾ ਕਰ ਲਿਆ। ਜਦੋਂ ਮਹੀਨੇ 'ਚੋਂ 4 ਦਿਨ ਆਏਗਾ, ਉਹਦੇ ਪੁੰਨ ਕਰਮ ਬਣਨੇ ਸ਼ੁਰੂ ਹੋ ਜਾਣਗੇ, ਪਾਪ ਘਟਣਗੇ, ਮਨ ਵਿੱਚ ਦ੍ਰਿੜਤਾ ਅਤੇ ਵਿਸ਼ਵਾਸ, ਕਥਾ ਸੁਣ ਕੇ ਸਾਖੀਆਂ ਪ੍ਰਸੰਗ ਪੈਦਾ ਹੋਏਗਾ। ਹੌਲੀ ਹੌਲੀ ਫਿਰ ਉਹ ਬੁਰੀਆਂ ਆਦਤਾਂ ਤਿਆਗ ਜਾਏਗਾ। ਜਿਸ ਤਰ੍ਹਾਂ ਬੇੜੀ ਦੇ 3 ਹਿੱਸੇ ਪਾਣੀ ਵਿੱਚ ਡੁੱਬੇ ਹੁੰਦੇ ਆ,
ਇੱਕ ਹਿੱਸਾ ਬਾਹਰ ਹੁੰਦਾ ਹੈ। ਮਲਾਹ ਸਿਆਣਾ ਹੋਵੇ, ਸਵੇਰ ਤੋਂ ਸ਼ਾਮ ਤੀਕ ਪੂਰਾਂ ਦੇ ਪੂਰ ਦਰਿਆ ਤੋਂ ਪਾਰ ਲੰਘਾ ਦਿੰਦਾ ਹੈ। ਇਸੇ ਤਰ੍ਹਾਂ ਹੀ ਮਹੀਨੇ ਦਾ ਚੌਥਾ ਹਿੱਸਾ, 8 ਪਹਿਰਾਂ ਦਾ ਚੌਥਾ ਹਿੱਸਾ ਸੰਗਤ ਵੱਲ ਲਾਇਆ ਜਾਏ ਤੇ ਹੌਲੀ ਹੌਲੀ ਸੋਝੀ ਪੈਦਾ ਹੁੰਦੀ ਹੈ। ਫਿਰ ਇਹ ਜਿਹੜੇ ਦੁਸ਼ਕਰਮ, ਬੁਰੇ ਕਰਮ ਹਨ, ਉਹਨਾਂ ਦਾ ਤਿਆਗ ਕਰ ਜਾਂਦਾ ਹੈ। ਜਦੋਂ ਫਿਰ ਸੰਗਤ ਦਾ ਰਸ ਪੈ ਜਾਏ, ਫਿਰ ਰੋਜ਼ ਆਉਣਾ ਸ਼ੁਰੂ ਕਰ ਦਿੰਦਾ। ਤੇ ਜਿੰਨਾ ਚਿਰ ਸੰਗਤ 'ਚ ਨਾ ਜਾਏ, ਇਹ ਵੀ ਇੱਕ ਅਮਲ ਹੈ ਕਥਾ ਦਾ, ਉਹਨਾਂ ਚਿਰ ਉਹਨੂੰ ਚੈਨ ਨਹੀਂ ਆਉਂਦੀ, ਉਹ ਭੱਜੇਗਾ। ਜੇ ਗਿਆਨੀ ਜੀ ਚਲੇ ਜਾਣ, ਗਿਆਨੀ ਜੀ ਤੁਸੀਂ ਕਿੱਥੇ ਗਏ, ਹਾਜ਼ਰ ਰਹੇ, ਸਾਡਾ ਤਾਂ ਰਸ ਹੀ ਟੁੱਟ ਗਿਆ। ਤੇ ਸਾਡੇ ਡੇਰੇ ਗਿਆਨੀ ਜੋਤ ਸਿੰਘ ਕਥਾ ਕਰਦੇ ਸੀ, ਜਦੋਂ ਕਿਤੇ ਜਾਣਾ ਤੇ ਮਹਾਂਪੁਰਸ਼ਾਂ ਨੇ ਬਚਨ ਕਰਨਾ, ਜਿਹਨਾਂ ਨੂੰ ਤੂੰ ਹੁਣ ਅਮਲ ਲਾ ਦਿੱਤਾ, ਇਹ ਹੁਣ ਕੀ ਕਰਨਗੇ, ਇਹ ਨਾਗਾ ਨਹੀਂ ਪਾਉਣਗੇ। ਇਹਦੇ 'ਚ ਵੀ ਬੜਾ ਭਾਰੀ ਨਸ਼ਾ। ਬਾਕੀ ਨਸ਼ੇ ਤਾਂ ਸਰੀਰ ਦਾ ਨਾਸ ਕਰਦੇ, ਪੈਸੇ ਦਾ ਵੀ, ਕਲਾ ਕਲੇਸ਼ ਵੀ, ਜ਼ਿੰਦਗੀਆਂ ਵੀ ਤਬਾਹ ਕਰਦੇ ਆ। ਪੋਸਤ, ਭੰਗ, ਅਫੀਮ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ। ਕਲਯੁਗ ਦਾ ਪ੍ਰਭਾਵ ਹੈ। ਉਹਨਾਂ ਭਜਨ 'ਚ ਮਨ ਨਹੀਂ ਲੱਗਦਾ ਜਿੰਨਾ ਸੰਗਤ 'ਚ ਜੁੜ ਜਾਂਦਾ। ਜਦੋਂ ਕਥਾ ਹੁੰਦੀ ਹੋਵੇ ਤੇ ਮਨ ਸੌਖਾ ਜੁੜ ਜਾਂਦਾ। ਇਸ ਵਾਸਤੇ ਸਾਧੂ ਸੰਗਤ ਗੁਰ ਹੈ ਬਤਾਈ, ਮਹਾਂਪੁਰਸ਼ਾਂ ਦੀ ਸੰਗਤ ਕਰਨੀ ਸਤਿਗੁਰਾਂ ਨੇ ਦੱਸੀ ਹੈ। ਮੇਰੇ ਮਾਧਵ ਜੀ, ਸਤ ਸੰਗਤ ਮਿਲੈ ਸੋ ਤਰਿਆ। ਪੁਰਾਣਾ ਇਤਿਹਾਸ ਪੜ੍ਹੋ, ਨਵਾਂ ਪੜ੍ਹੋ, ਜਿਸ ਕਿਸੇ ਦਾ ਵੀ ਭਲਾ ਹੋਇਆ ਉਹ ਸਤਸੰਗਤ ਦੁਆਰਾ ਹੀ ਹੋਇਆ। ਅੱਜ ਵੀ ਅਗਾਂਹ ਵੀ ਇਹ ਸਭ ਨੂੰ ਉੱਤਮ, ਸਰਵੋਤਮ ਔਰ ਸ੍ਰੇਸ਼ਟ ਸਾਧਨ। ਪੁਰਾਣੇ ਇਤਿਹਾਸ ਪੜ੍ਹਨ ਤੋਂ ਵੀ ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਏ ਨਿਸਤਾਰਾ। ਹਰ ਕੈ ਨਾਮ ਕਬੀਰ ਅਜਾਗਰ, ਜਨਮ ਜਨਮ ਕੇ ਫਾਟੇ ਕਾਗਰ। ਔਰ ਇਸੇ ਤਰ੍ਹਾਂ ਇਹ ਵਿਦ ਸੁਣ ਕੇ ਜਟ ਰੋ ਉਠ ਭਗਤੀ ਲਾਗਾ, ਮਿਲੇ ਪਿਤਾ ਗੁਸਾਈਆਂ ਧੰਨਾ ਬੜ ਭਾਗਾ। ਇਹ ਨਾਮ ਜਪਣ ਦੀ, ਸੇਵਾ ਦੀ, ਸਿਮਰਨ ਦੀ, ਪਰਉਪਕਾਰ ਦੀ, ਕੁਰਬਾਨੀ ਦੀ ਜੋ ਪ੍ਰੇਰਨਾ ਇਹ ਸਾਧ ਸੰਗਤ ਤੋਂ ਮਿਲਦੀ ਹੈ। ਬਲਕਿ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਦੋਨੋਂ ਵੇਲੇ ਨਿਤਨੇਮ, ਮਹਾਰਾਜ ਦੇ ਨਮਸਕਾਰ ਕਰਨੇ, ਇਹ ਸਾਰੀਆਂ ਗੱਲਾਂ ਸੰਗਤ 'ਚੋਂ ਹੀ ਮਿਲਦੀਆਂ। ਇਸ ਵਾਸਤੇ ਉਹਨਾਂ ਸਿਆਣੇ ਪੁਰਸ਼ਾਂ ਦੇ ਭਲੇ ਦੀ ਕੋਈ ਨਾ ਕੋਈ ਯੁਕਤੀ ਬਣਾ ਲੈਂਦੇ ਆ। ਫਿਰ ਰੋਜ਼ ਨਹੀਂ ਤਾਂ ਤੂੰ 4 ਦਿਨ ਹੀ ਸੰਗਤ 'ਚ ਆ ਜਾ ਕਰ, ਹੌਲੀ ਹੌਲੀ ਫਿਰ ਉਹਦਾ ਸੁਭਾਅ ਬਣ ਜਾਏਗਾ। ਪਹਿਲਾਂ ਜਿਹੜੀ ਸੰਗਤ ਤੋਂ ਨਫ਼ਰਤ ਕਰਦਾ ਸੀ, ਵੀ ਸ਼ਾਇਦ ਐਵੇਂ ਹੀ ਤੁਰੇ ਫਿਰਦੇ, ਵਾਧੂ ਹੀ ਕੰਮ ਆ ਇਹ, ਫਿਰ ਉਹ ਸੰਗਤ ਦੇ ਵਿੱਚ ਆਉਣ ਨਾਲ ਉਹਨੂੰ ਰਸ ਆਉਣ ਲੱਗ ਜਾਂਦਾ। ਫਿਰ ਖੁਦ ਦੁਆਿਆਂ ਨੂੰ ਪ੍ਰੇਰੇਗਾ, ਲੈ ਵੀ ਆਪਾਂ ਤਾਂ ਭੁੱਲੇ ਹੀ ਰਹੇ। ਇਹ ਕਥਾ ਤੇ ਬੜਾ ਸੁੰਦਰ ਅੰਮ੍ਰਿਤ ਹੈ, ਇਸ ਨੂੰ ਕੰਨਾਂ ਰੂਪੀ ਦੋਨਿਆਂ ਨਾਲ ਪਾਨ ਕਰੀਏ। ਫਿਰ ਉਹ ਆਪ ਵੀ ਆਉਂਦੇ ਆ, ਦੁਆਿਆਂ ਨੂੰ ਵੀ ਪ੍ਰੇਰਦੇ ਆ, ਰਸ ਪੈ ਗਿਆ।
ਰਸਾਂ ਤੋਂ ਬਚਣ ਦਾ ਸਾਧਨ ਇਹ ਅੰਮ੍ਰਿਤ ਰੂਪੀ ਕਥਾ ਦਾ ਰਸ ਹੈ, ਜਿਹਦੇ ਨਾਲ ਜੀਵ ਦੀ ਕਲਿਆਣ ਹੁੰਦੀ ਹੈ। ਇਸ ਵਾਸਤੇ ਅੱਜ ਭਾਦਰੋਂ ਦਾ ਮਹੀਨਾ ਬਿਕਰਮੀ ਸੰਮਤ ਆਰੰਭ ਹੋ ਰਿਹਾ ਤੇ ਸਾਵਣ ਦਾ ਮਹੀਨਾ ਕੱਲ੍ਹ ਪੂਰਾ ਹੋਇਆ। ਮਸਾਂਤ ਮਹੀਨੇ ਦਾ ਅੰਤ ਹੋ ਗਿਆ। ਅੱਜ ਨਇਆ ਮਹੀਨਾ ਆਰੰਭ। ਸੰਕਰਾਂਤ, ਸੂਰਜ ਦੀਆਂ 12 ਰਾਸ਼ਾਂ, ਕੁਦਰਤ ਦੇ ਕੋਈ ਨਿਯਮ ਬਣੇ ਹੋਏ ਆ। ਇੱਕ ਮਹੀਨੇ ਵਿੱਚ ਉਹਦਾ ਸਰਕਲ ਪੂਰਾ ਹੁੰਦਾ। ਜਿਸ ਦਿਨ ਚੱਕਰ ਪੂਰਾ ਹੁੰਦਾ ਉਸ ਦਿਨ ਦਾ ਨਾਂ ਹੈ ਮਸਾਂਤ। ਔਰ ਜਿਹੜੇ ਅਗਲੇ ਦਿਨ ਦੂਸਰੀ ਰਾਸ਼ੀ ਵਿੱਚ 12 ਰਾਸ਼ੀਆਂ ਪ੍ਰਵੇਸ਼ ਕਰਦਾ ਹੈ, ਉਸ ਦਿਨ ਦਾ ਨਾਂ ਸੰਕ੍ਰਾਂਤੀ। ਸੰਗ ਮੈਨੇ ਭਲੀ ਭਾਂਤ ਦੂਸਰੀ ਰਾਸ਼ੀ ਵਿੱਚ ਕ੍ਰਾਂਤੀ, ਗਤੀਸ਼ੀਲ ਹੋਣਾ। ਇਸ ਵਾਸਤੇ ਆਮ ਲੋਕ ਇਹ ਕਥਾਵਾਚਕ ਵੀ ਨਾ ਭੁਲੇਖਿਆਂ 'ਚ ਪਏ ਆ। ਇਹ ਸੰਗਰਾਂਦ ਸਨਾਤਨੀਆਂ ਦੀ ਹੈ, ਮਸਿਆ ਪੁੰਨਿਆ ਸਿੱਖਾਂ ਦਾ ਕੀ ਸੰਬੰਧ ਹੈ, ਉਹ ਬੜੇ ਭੁਲੇਖਿਆਂ 'ਚ। ਇਹ ਤਾਂ ਕੁਦਰਤ ਦੇ ਨਿਯਮ ਨਾਲ ਸਾਰੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ ਹਨ। ਪੁੰਨਿਆ, ਪੂਰਨਮਾ, ਪੂਰਨਮਾਸ਼ੀ, 15 ਦਿਨ ਚੰਦਰਮਾ ਦੀਆਂ ਕਲਾ ਕੱਟਦੀਆਂ, 15 ਦਿਨ ਵੱਧਦੀਆਂ। ਅਤੇ ਜਦੋਂ ਉਹਦੀਆਂ 16 ਕਲਾ ਚੰਦ ਦੀਆਂ ਪੂਰਾ ਹੁੰਦੀਆਂ, ਉਹਦਾ ਨਾਮ ਪੂਰਨਮਾ, ਪੂਰਨਮਾਸ਼ੀ ਜਾਂ ਪੁੰਨਿਆ ਕਹਿ ਦਿੰਦੇ ਆ। ਇਹ ਕੁਦਰਤ ਦੇ ਨਿਯਮ ਆ। ਇਹਦਾ ਕਿਸੇ ਜਾਤੀ ਨਾਲ ਜਾਂ ਧਰਮ ਨਾਲ ਤੁਅੱਲਕ ਨਹੀਂ। ਇਹ ਕਾਦਰ ਨੇ ਆਪਣੀ ਕੁਦਰਤ ਬਣਾਈ ਹੈ। ਇਹਦੇ ਨਾਲ ਪ੍ਰਕਿਰਤੀ ਦਾ ਸਾਰਾ ਚੱਕਰ ਆਟੋਮੈਟਿਕ ਚੱਲ ਰਿਹਾ। ਇਹ ਜਦੋਂ ਕੋਈ ਧਰਮ ਨਹੀਂ ਪੈਦਾ ਹੋਇਆ ਸੀ, ਕੋਈ ਜਾਤ ਨਹੀਂ ਸੀ, ਉਦੋਂ ਵੀ ਚੱਲੀ ਜਾਂਦਾ ਸੀ। ਇਹ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਇਸ ਵਾਸਤੇ ਉਹ ਹੁਣ ਸੰਗਰਾਂਦ ਵਾਲੇ ਦਿਨ ਰੋਟੀ ਨਹੀਂ ਖਾਂਦੇ, ਜਾਂ ਪੁੰਨਿਆ ਵਾਲੇ ਦਿਨ ਨਹੀਂ ਖਾਂਦੇ, ਜਾਂ ਮੱਸਿਆ ਵਾਲੇ ਦਿਨ ਨਹੀਂ। ਐਵੇਂ ਗਲਤ ਗੱਲਾਂ ਕਰਕੇ ਲੋਕਾਂ ਨੂੰ ਬੇਵਿਸ਼ਵਾਸੇ ਕਰਨਾ। ਹੁਣ ਇਹਦੇ ਬਾਰੇ ਮਹਾਰਾਜ ਸਾਰਾ ਕੁਛ ਲਿਖ ਕੇ ਗਏ। 15 ਥਿੱਤਾਂ ਬਾਰੇ ਲਿਖਿਆ ਹੈ। ਉਹ ਬਾਣੀ ਦਾ ਨਾਂ ਥਿੱਤੀ ਹੈ। 7 12 ਬਾਰੇ ਵੀ ਲਿਖਿਆ ਹੋਇਆ। 12 ਮਹੀਨਿਆਂ ਬਾਰੇ ਵੀ ਲਿਖਿਆ ਹੈ। 12 ਮਹਾਂ 2 ਆ ਗੁਰੂ ਗ੍ਰੰਥ ਸਾਹਿਬ। 10 ਗ੍ਰੰਥ ਵੀ ਹੈ, ਸਰਬਲੋਚ ਵੀ ਹੈ, 35 ਸਖਰੀ ਹੈ, 80 ਹਰਫੀ ਹੈ। ਉਹਦੇ ਉੱਤੇ ਵੀ ਸਾਰਾ ਲਿਖਿਆ ਹੋਇਆ। ਫਿਰ ਪਤਾ ਨਹੀਂ ਕਿਉਂ ਇਹ ਲੋਕ ਜਿਵੇਂ ਕਿ ਇਹਨੂੰ ਹੱਡ ਚੁਰਣ ਦੀ, ਕੂਕਰ ਨੂੰ ਆਦਤ ਪਈ ਹੋ ਨਾ, ਲਾਈਦਾ ਤਾਂ ਕੋਈ ਨਹੀਂ। ਬਸ ਇਹਨਾਂ ਲੋਕਾਂ ਨੂੰ ਇਹ ਆਦਤ ਬਣ ਗਈ ਹੈ ਗਲਤ ਗੱਲਾਂ ਕਰ ਕਰਕੇ ਨਿਸ਼ਰਦ ਕਰੀ ਜਾਣਾ। ਸੋ ਇਸ ਵਾਸਤੇ ਪ੍ਰਕਿਰਤੀ ਦਾ ਮਾਲਕ ਕਾਦਰ ਹੈ। ਉਹਨੇ ਸਾਰੇ ਬ੍ਰਹਿਮੰਡ ਚਲਾਉਣ ਵਾਸਤੇ ਕੋਈ ਨਿਯਮ ਬਣਾਏ ਹੋਏ ਹੈ। ਉਸ ਹੁਕਮ ਰੂਪੀ ਸੂਤਰ ਵਿੱਚ ਇਹ ਸਾਰਾ ਕੁਝ ਪਰੋਇਆ ਹੋਇਆ। ਇਹਦੇ ਉੱਤੇ ਬੰਦੇ ਦਾ ਹੁਕਮ ਨਹੀਂ, ਜੋ ਕਰਤੇ ਦਾ ਹੁਕਮ ਆ, ਉਹਦੇ ਮੁਤਾਬਕ ਇਹ ਸਾਰੀ ਕਿਰਿਆ ਹੋ ਰਹੀ ਹੈ। ਉਵੇਂ ਕਹਿਣਗੇ ਜੀ ਪਰਮੇਸ਼ਰ ਨੂੰ ਮੰਨੋ। ਇਹ ਜਿਹੜੇ ਪਰਮੇਸ਼ਰ ਦੇ ਨਿਯਮ ਆ ਉਹ ਮੰਨਾਂਗੇ ਤਾਂ ਪਰਮੇਸ਼ਰ ਨੂੰ ਮੰਨਾਂਗੇ। ਜੇ ਪਰਮੇਸ਼ਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਫਿਰ ਅਸੀਂ ਪਰਮੇਸ਼ਰ ਨੂੰ ਕਿਵੇਂ ਮੰਨਦੇ ਹਾਂ। ਇਸ ਵਾਸਤੇ ਸਾਰਾ ਕੁਛ ਹੀ ਦੂਸਰੇ ਗ੍ਰੰਥਾਂ 'ਚ ਵੀ ਹੈ, ਬਾਣੀ ਵਿੱਚ ਵੀ ਹੈ। ਸਾਰਾ ਕੁਝ ਦੱਸਿਆ ਦਸਾਇਆ, ਪੜ੍ਹਦੇ ਸੁਣਦੇ ਵੀ ਹੈ। ਫਿਰ ਇਸ ਤਰ੍ਹਾਂ ਦੀਆਂ ਗਲਤ ਗੱਲਾਂ ਕਰਦੇ ਰਹਿੰਦੇ। ਪਰ ਮਹਾਰਾਜ ਸੱਚੇ ਪਾਤਸ਼ਾਹ ਪੁੱਛਿਆ ਗੁਰਸਿੱਖਾਂ ਨੇ, ਮਹਾਰਾਜ ਮਹੀਨੇ ਦੀ ਵਿਚਾਰ ਅਸੀਂ ਅੱਗੇ ਇਸ ਤਰ੍ਹਾਂ ਸੁਣਿਆ ਸੁਣਾਇਆ ਕਰਦੇ ਸੀ। ਹੁਣ ਉਹ ਕਿੰਤੂ ਪ੍ਰੰਤੂ ਕਰਦੇ। ਆਪ ਕਿਰਪਾ ਕਰ ਦਿਓ
ਕਿ ਮਹਾਰਾਜ ਕਹਿੰਦੇ ਤੁਖਾਰੀ ਰਾਗ ਵਿੱਚ 12 ਮਹਾਂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਕਿਰਪਾ ਕਰ ਗਏ ਕਰਤਾਰਪੁਰ ਸਾਹਿਬ ਵਿਚਾਰਿਆ ਉਸ ਬਾਹਰ ਦੇਸ਼ ਵਿੱਚ। ਕਹਿਣ ਲੱਗੇ ਮਹਾਰਾਜ ਉਹਦੇ ਅਰਥ ਮਹਿੰਗੇ ਆ, ਆਪ ਸੌਖੇ ਸਰੂਪ 'ਚ ਕਿਰਪਾ ਕਰ ਦਿਓ। ਜਿੱਥੇ ਦਰਬਾਰ ਸਾਹਿਬ ਮੰਜੀ ਸਾਹਿਬ ਹਾਲ ਆ ਉਹਦੇ ਸਾਹਮਣੇ ਇੱਕ ਪਾਲਕੀ ਬਣੀ ਹੋਈ ਹੈ, ਉਸ ਜਗ੍ਹਾ ਮਹਾਰਾਜ ਨੇ 12 ਮਾਹ ਦੀ ਬਾਣੀ ਮਾਝ ਰਾਗ ਵਿੱਚ ਉਚਾਰੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਰਾਮਸਰ ਸਰੋਵਰ ਦੇ ਕਿਨਾਰੇ ਉੱਥੇ ਸੁਖਮਨੀ ਸਾਹਿਬ ਦੀ ਬਾਣੀ ਕਿਰਪਾ ਕੀਤੀ ਹੈ। ਸਥਾਨ ਵੀ ਬਣਿਆ ਹੋਇਆ, ਬੇਰੀ ਸਾਹਿਬ ਵੀ ਹੈ, ਨਿਸ਼ਾਨ ਵੀ ਝੁੱਲ ਰਿਹਾ। ਕੋਈ ਜਗ੍ਹਾ ਦੀ ਕਿਸੇ ਇਤਿਹਾਸਕ ਪੱਖ ਨਾਲ ਮਾਨਤਾ ਹੁੰਦੀ ਹੈ। ਸੋ ਇਸ ਵਾਸਤੇ ਬਾਬਾ ਬੁੱਢਾ ਸਾਹਿਬ ਦੀ ਬੇਰ ਵੀ ਹੈ, ਦੁੱਖ ਭੰਜਨੀ ਵੀ ਹੈ, ਲੈਚੀ ਬੇਰ ਵੀ ਹੈ, ਉਹਨਾਂ ਨਾਲ ਇਤਿਹਾਸ ਜੁੜੇ ਹੋਏ। ਹਰਸਰ ਤੀਰਥ ਵੀ ਹੈ ਜਿੱਥੇ ਮਹਾਰਾਜ ਆਪ ਸੇਵਾ ਕਰਾਉਂਦੇ ਸੀ। ਦੁੱਖ ਭੰਜਨੀ ਜਿੱਥੇ ਰਜਨੀ ਦਾ ਕੋੜੀ ਪਤੀ ਰਾਜੀ ਹੋਇਆ, ਅੱਜ ਵੀ ਮਹਾਰਾਜ ਕਿਰਪਾ ਕਰਦੇ। ਸਾਹਮਣੇ ਲੈਚੀ ਬੇਰ ਹੈ ਜਿੱਥੇ ਜੇਠਾ ਪੁਰਾਣਾ ਸੇਵਾ ਸੁਖਾ ਸਿੰਘ ਤਾਪ ਸਿੰਘ ਘੋੜਾ ਬੰਨ੍ਹ ਕੇ ਵਸੇ ਰੰਗੜ ਨੂੰ ਉਹਦੀ ਕਰਤੂਤ ਦਾ ਫਲ ਭੁਗਤਾਉਣ ਗਏ ਸੀ। ਉੱਥੇ ਬਾਬਾ ਬੁੱਢਾ ਸਾਹਿਬ ਜਿੱਥੇ ਆਪ ਸੇਵਾ ਕਰਾਉਂਦੇ ਸੀ। ਇਤਿਹਾਸ ਪੱਖ ਹੈ, ਜਿਹੜੇ ਹੁਣ ਇਤਿਹਾਸ ਨਾ ਪੜ੍ਹਦੇ ਆ ਨਾ ਸੁਣਦੇ ਆ ਉਹ ਫਿਰ ਜਕੜ ਮਾਰੀ ਜਾਂਦੇ ਆ। ਆਪਣੇ ਅੰਦਰ ਭਰਮ ਹੁੰਦਾ, ਦੂਜਿਆਂ ਅੰਦਰ ਵੀ ਇਸ ਤਰ੍ਹਾਂ ਦੇ ਭਰਮ ਕਰੀ ਜਾਂਦੇ ਆ। ਹੁਣ ਇੱਥੇ ਬੇਰੀ ਸਾਹਿਬ ਹੈ, ਇਹਦੇ ਨਾਲ ਇੱਕ ਇਤਿਹਾਸ ਜੁੜਿਆ ਹੈ। ਭਾਈ ਭਗੀਰਥ ਜੀ ਕਾਲੀ ਦੇਵੀ ਦੇ ਉਪਾਸਕ ਸੀ। ਟੀਚਰ ਕੋਈ ਵੀ ਮਾੜਾ ਨਹੀਂ ਹੁੰਦਾ, ਸਿਆਣਾ ਟੀਚਰ ਜਿੰਨਾ ਉਹਦੇ ਕੋਲ ਗਿਆਨ ਦੇ ਕੇ ਉਹ ਕਹਿੰਦਾ ਲਵੇ ਹੁਣ ਅੱਗੇ ਚਲੇ ਜਾ। ਡਾਕਟਰ ਵੀ ਸਿਆਣਾ, ਮੈਂ ਤਾਂ ਵੀ ਇੰਨਾ ਹੀ ਕਰ ਸਕਦਾ ਸੀ, ਨਹੀਂ ਰਾਮ ਦੂਸਰੇ ਡਾਕਟਰ ਕੋਲ ਚਲੇ ਜਾ। ਦੇਵੀ ਪ੍ਰਗਟ ਹੋਈ, ਕੀ ਭਗਤਾ ਚਾਹੁੰਦਾ? ਕਹਿੰਦੇ ਮੁਕਤੀ। ਕਹਿੰਦੇ ਮੈਂ ਪਦਾਰਥ ਦੇ ਸਕਦੀ ਮਾਇਆ, ਕਹਿੰਦੇ ਮੁਕਤੀ। ਉਹ ਕਹਿੰਦੇ ਹੁਣ ਆਪ ਭੇਜਿਆ ਕਿ ਜਾ ਸੁਲਤਾਨਪੁਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ। ਇੱਥੇ ਆ ਗਏ, ਮਹਾਰਾਜ ਨੇ ਸੇਵਾ ਬਖਸ਼ੀ। ਇਸ਼ਨਾਨ ਦੀ ਸੇਵਾ ਦਾਤਣ ਦੀ, ਦਾਤਣ ਲਿਆਉਂਦੇ ਸੀ, ਕਦੀ ਕਿੱਕਰ ਦੀ ਲਿਆਂਦੀ, ਕਦੀ ਫਲਾਹ ਦੀ ਲਿਆਂਦੀ, ਕਦੀ ਹੋਰ ਲਿਆਂਦੀ। ਉਸ ਦਿਨ ਬੇਰੀ ਦੀ ਮਿਲੀ। ਮਹਾਰਾਜ ਕਹਿੰਦੇ ਭਾਈ ਭਗੀਰਥ ਦਾਤਣ, ਕਹਿੰਦੇ ਬੇਰੀ ਦੀ ਹੈ। ਮਹਾਰਾਜ ਨੇ ਕਰਕੇ ਕੱਢਤੀ, ਲੈ ਆਖਰੀ ਬੇਰੀ ਦੀ, ਤੇਰੀ ਸੇਵਾ ਸੰਪੂਰਨ ਹੋ ਗਈ। ਬੇਰੀਆਂ ਖੇਤਾਂ 'ਚ ਹੋਰ ਵੀ ਬਹੁਤ ਹੈ, ਦਰੱਖਤ ਤਾਂ ਕੋਈ ਵੀ ਮਾੜਾ ਨਹੀਂ ਹੁੰਦਾ, ਲੱਕੜ ਦਿੰਦਾ, ਛਾਂ ਦਿੰਦਾ, ਫਲ ਦਿੰਦਾ, ਹੋਰ ਕਿੰਨੇ ਦਰੱਖਤ ਦਿੰਦੇ ਹੀ ਆ, ਲੈਂਦੇ ਸੀਗੇ ਤੋਂ ਕੁਝ ਨਹੀਂ। ਪਰ ਅਸੀਂ ਸਭ ਦੇ ਬੈਰੀ ਬਣੇ ਹੋਏ। ਪਰ ਇਹ ਬੇਰੀ ਦੇ ਨਾਲ ਇਤਿਹਾਸ ਜੁੜਿਆ ਹੋਇਆ, ਜਿਹਦੇ ਨਾਂ ਦੇ ਉੱਤੇ ਗੁਰਦੁਆਰੇ ਦਾ ਨਾਂ ਬੇਰ ਸਾਹਿਬ। ਬੇਰੀ ਪਹਿਲਾਂ, ਗੁਰਦੁਆਰਾ ਸਾਹਿਬ ਬਾਅਦ 'ਚ ਬਣਿਆ। ਇਤਿਹਾਸ ਹੈ। ਸਾਈਂ ਅੱਲਾ ਦਿੱਤਾ ਸੇਵਾ ਕਰਦੇ ਸੀ, ਮਹਾਰਾਜ ਦਾ ਆਸਣ ਲਿਪਣ ਪੋਚਣ ਕਰਦੇ ਸੀ। ਆ ਉਹਨਾਂ ਦੀ ਜਗ੍ਹਾ ਵੀ ਨਾਲ ਹੀ ਹੈ। ਸੋ ਇਸ ਵਾਸਤੇ ਕਿ ਜਿਹੜੇ ਲੋਕ ਇਤਿਹਾਸ ਨਾ ਪੜ੍ਹਦੇ ਨਾ ਸੁਣਦੇ, ਜਾਂ ਆਪਣੇ ਆਪ ਪੜ੍ਹਦੇ ਆ ਕਿਸੇ ਗੁਰੂ ਉਸਤਾਦ ਦੁਆਰਾ ਨੇ, ਉਹਨਾਂ ਦੇ ਅੰਦਰ ਸ਼ੰਕੇ ਹੁੰਦੇ ਆ, ਫਿਰ ਉਹ ਇਹੋ ਜਿਹੀਆਂ ਗਲਤ ਗੱਲਾਂ ਕਰਕੇ ਸ਼ਰਧਾ ਕਰੀ ਜਾਂਦੇ। ਲਓ ਜੀ ਇਹ ਬੇਰੀਆਂ ਨੂੰ ਮੱਥਾ ਟੇਕੀ ਜਾਂਦੇ ਹੈ, ਨਿਸ਼ਾਨ ਸਾਹਿਬ ਨੂੰ ਟੇਕੀ ਜਾਂਦੇ ਹੈ। ਮੱਥਾ ਤਾਂ ਗੁਰੂ ਸਾਹਿਬ ਨੂੰ ਟੇਕ ਹੁੰਦਾ, ਪਰ ਜਿਹੜੀ ਵਸਤੂ ਗੁਰੂ ਦੇ ਨਿਮਿਤ ਆ ਉਹ ਮਹਾਨ ਬਣਦੀ ਹੈ। ਹੁਣ 10ਵੇਂ ਪਾਤਸ਼ਾਹ ਪਟਣੇ ਦੁੰਜਲੇ ਚੱਲਣ ਲੱਗੇ, ਬਾਲਾ ਚੋ ਜੀ ਪ੍ਰੀਤਮ ਮਹਾਰਾਜ ਹੁਣ ਤੁਹਾਡੇ ਬਿਨਾਂ ਅਸੀਂ ਕਿਵੇਂ ਰਹਾਂਗੇ। ਮਹਾਰਾਜ ਨੇ ਆਪਣਾ ਬਾਲ ਅਵਸਥਾ ਦਾ ਭਗੂੜਾ ਦਿੱਤਾ, ਜਦੋਂ ਇਹਦੇ ਦਰਸ਼ਨ ਕਰੋਗੇ ਤੁਹਾਡੀਆਂ ਕਾਮਨਾ ਪੂਰੀਆਂ ਹੋਣਗੀਆਂ। ਗੱਲ ਬਚਨ ਦੀ ਹੈ। ਸੰਗਤਾਂ ਉੱਥੇ ਦਰਸ਼ਨ ਕਰਦੀਆਂ, ਕਿਸੇ ਨੂੰ ਮਹਾਰਾਜ ਸ੍ਰੀ ਸਾਹਿਬ ਦੇਗਾ, ਕਿਸੇ ਨੂੰ ਤੀਰ ਦੇਗਾ, ਕਿਸੇ ਨੂੰ ਕੋਈ ਬਸਤਰ ਜੋੜਾ ਦੇਗਾ। ਇੱਥੇ ਨੰਗਲ ਪਿੰਡ ਆ ਫਰੀਦਕੋਟ ਦੇ ਨੇੜੇ,
ਸੋਢੀ ਲਾਲ ਸਿੰਘ ਸੀ, ਉਹਨੂੰ 10 ਗ੍ਰਾਮ ਦਾ ਸੂਪ ਦੇ ਗਿਆ। ਜਦੋਂ ਨੀਲੇ ਵਸਤਰ ਸਾੜੇ ਕੁਝ ਉਹ ਟਾਕੀਆਂ ਹੈਗੀਆਂ ਅਤੇ ਲੱਤਾਂ 'ਤੇ ਪਹਿਨਣ ਵਾਲੀਆਂ ਵੀ ਹਥਿਆਰ ਅਸਰ ਨਾ ਕਰੇ, ਪੱਟੀਆਂ ਅਤੇ ਜੋੜਾ ਹੈ, ਇੱਕ ਬਾਟਾ ਹੈ ਮਹਾਰਾਜ ਦੇ ਸਰਦਾਈ ਪੀਣ ਵਾਲਾ। ਮਹਾਰਾਜ ਕਹਿੰਦੇ ਦੀ ਸੇਵਾ ਕਰਾ, ਕਹਿੰਦੇ ਪਾਤਸ਼ਾਹ ਮੈਂ ਤਾਂ ਕਰਾਂਗਾ, ਗਾਂ ਔਲਾਦ ਦੀ ਤਾਂ ਕੋਈ ਜ਼ਿੰਮੇਵਾਰੀ ਨਹੀਂ। ਕਹਿੰਦੇ ਨਹੀਂ ਮਹਾਰਾਜ ਕਿਰਪਾ ਹੋਣੀ, ਕਹਿੰਦੇ ਮਹਾਰਾਜ ਕੋਈ ਬਰਕਤ। ਕਹਿੰਦੇ ਜਿਹਦੇ ਹਜ਼ੀਰਾਂ ਗੰਭੀਰ ਆ ਨਾ, ਇਹ ਜੋੜਾ ਛੁਆਓਗੇ ਤੇ ਹਟ ਜੂਗਾ। ਉਹਨਾਂ ਦੀਆਂ ਉਹ ਬਿਮਾਰੀਆਂ ਹਟਦੀਆਂ, ਬੜਾ ਪ੍ਰਸ਼ਾਦੇ ਕਰਦੇ ਆ, ਦਰਸ਼ਨ ਕਰਾਉਂਦੇ ਆ ਅਤੇ ਰੋਗੀ ਜਾਂਦੇ ਆ, ਆਰਾਮ ਆਉਂਦਾ। ਇਸ ਵਾਸਤੇ ਹੁਣ ਜੁੱਤੀਆਂ ਦਾ ਚੰਮ ਦੀਆਂ ਦੁਕਾਨਾਂ 'ਤੇ ਬਹੁਤ ਪਈਆਂ, ਸ਼ੂ ਮੇਕਰ ਬਹੁਤ ਹੈ ਅਤੇ ਸ਼ੂ ਦੀਆਂ ਸ਼ੌਪਾਂ ਵੀ ਬਥੇਰੀਆਂ। ਗੱਲ ਜੋੜੇ ਦੀ ਨਹੀਂ, ਗੱਲ ਮਹਾਰਾਜ ਦੇ ਚਰਨਾਂ ਦੇ ਛੋਹ, ਬਖਸ਼ਿਸ਼ ਔਰ ਬਚਨ ਦੀ ਬਰਕਤ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਸ ਵਾਸਤੇ ਜਿਹੜੇ ਲੋਕ ਇਤਿਹਾਸ ਨਹੀਂ ਪੜ੍ਹਦੇ, ਨਹੀਂ ਸੁਣਦੇ, ਨਹੀਂ ਵਿਚਾਰਦੇ, ਜਾਂ ਨੁਗਰੇ ਲੋਕ, ਬੇਪੀਰੇ ਲੋਕ ਆ, ਉਹ ਵਾਧੂ ਘਾਟੂ ਗੱਲਾਂ ਕਰਕੇ ਸੰਗਤਾਂ ਦੇ ਮਨਾਂ 'ਚ ਸ਼ਰਧਾ ਵਾਲਾ ਜਿਹੜਾ ਪੱਖ ਆ ਨਾ, ਉਹਨੂੰ ਬਹੁਤ ਕਰਾਰੀ ਸੱਟ ਮਾਰਦੇ ਆ, ਉਹ ਨੁਕਸਾਨ ਕਰ ਰਹੇ ਆ। ਸੋ ਇਸੇ ਤਰ੍ਹਾਂ ਇਹ ਦਿਨ ਆ, ਕਰੀ ਵੀ ਜਾਂਦੇ ਆ, ਭੰਡੀ ਵੀ ਕਰੀ ਜਾਂਦੇ ਆ। ਹੁਣ 14 ਮਹਾਰਾਜ ਨੇ ਕਿਹਾ ਵੀ ਤਰਨ ਤਾਰਨ ਹੋਣਾ, ਅਮਾਵਸ ਸ੍ਰੀ ਅੰਮ੍ਰਿਤਸਰ ਹੈ, ਪੁੰਨਿਆ ਗੋਂਦਵਾਲ ਆ, ਬਸੰਤ ਪੰਜਵੀਂ ਪਟਿਆਲੇ ਦੂਖ ਨਿਵਾਰਨ ਗੁਰੂ ਕੇ ਲਾਹੌਰ ਆ। ਕਿਤੇ ਮਹਾਰਾਜ ਕਿਸੇ ਦਿਨ 'ਤੇ ਕਿਰਪਾ ਕਰ ਗਿਆ, ਕਰਦੇ ਤਾਂ ਰੋਜ਼ਾਨਾ ਹੀ ਆ, ਪਰ ਕਈ ਵਿਸ਼ੇਸ਼ ਦਿਨਾਂ 'ਤੇ ਵੀ ਮਹਾਰਾਜ ਨੇ ਮਿਹਰ ਕੀਤੀ। ਹੁਣ ਰੋਜ਼ਾਨਾ ਸੰਗਤ ਆਉਂਦੀ ਹੈ ਅਤੇ ਜਦੋਂ ਮਹਾਰਾਜ ਦਾ ਗੁਰਪੁਰਬ ਹੁੰਦਾ, ਉਦੋਂ ਦੇਖ ਲਓ ਸਾਰਾ ਪੰਥ ਇਕੱਠਾ ਹੋ ਕੇ ਕਿੰਨੀ ਸ਼ਰਧਾ ਧੂਮ-ਧਾਮ ਨਾਲ ਉਹ ਦਿਨ ਮਨਾਉਂਦੇ ਆ। ਉਹਨਾਂ ਗੁਰਪੁਰਬਾਂ ਦੀ ਮਹਾਨਤਾ, ਸ਼ਹੀਦਾਂ ਦੇ ਦਿਨ ਹੈਗੇ, ਮਹਾਂਪੁਰਖਾਂ ਦੀਆਂ ਬਰਸੀਆਂ। ਸੋ ਇਸ ਵਾਸਤੇ ਉਹਨਾਂ ਦੀ ਵੀ ਮਹਾਨਤਾ ਹੁੰਦੀ ਹੈ। ਜਿਹੜੇ ਦਿਨ ਮਹਾਰਾਜ ਨੇ ਕੌਤਕ ਕੀਤਾ, ਜਿਹੜੀ ਜਗ੍ਹਾ 'ਤੇ ਕੌਤਕ ਕੀਤਾ, ਉਹਨਾਂ ਸਥਾਨਾਂ 'ਤੇ ਵੀ ਹੁਣ ਹੱਟ ਸਾਹਿਬ ਮੋਦੀਖਾਨਾ ਕਰਦੇ ਸੀ। ਹੁਣ ਬੱਟੇ ਦਾ ਲਾਲਿਆਂ ਕੋਲ ਵੀ ਬਹੁਤ ਪੈ ਜਾਂਦੇ, ਉਹਨਾਂ ਦੀ ਪੂਜਾ ਕਰਦਾ ਕੋਈ, ਪਰ ਜਿਨ੍ਹਾਂ ਬੱਟਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਪਾਵਨ ਹਸਤ ਕਮਲਾਂ ਦੀ ਛੋਹ, ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਉਹਨਾਂ ਦੀ ਚਰਨਾਮਤ ਪੈਂਦੀ ਹਾਂ ਸੰਗਤ, ਸ਼ਰਧਾ ਦੀ ਗੱਲ ਹੈ। ਸੋ ਇਸ ਵਾਸਤੇ ਗੱਲ ਬੱਟਿਆਂ ਦੀ ਨਹੀਂ, ਪਰ ਉਹਨਾਂ ਬੱਟਿਆਂ ਦੇ ਨਾਲ ਇਤਿਹਾਸ ਜੁੜਿਆ ਹੋਇਆ। ਜਦੋਂ ਹੁਣ ਅੱਠ ਸਾਹਿਬ ਸੁਣਾਵਾਂਗੇ ਉਹ ਬੱਟੇ ਪਏ ਆ, ਆਹ ਬੱਟੇ ਆ ਕੱਚੇ ਤੋਲ ਦੇ, ਜਿਨ੍ਹਾਂ ਨਾਲ ਮਹਾਰਾਜ ਗਰੀਬਾਂ ਨੇ ਝੋਲੀਆਂ ਭਰਦੇ ਸੀ। ਸੋ ਇਸ ਵਾਸਤੇ ਆਓ ਇਹ ਬਚਨ ਤਾਂ ਕੀਤੇ। ਅੱਜ ਕੱਲ੍ਹ ਇਹੋ ਜਿਹੇ ਲੋਕ ਬਹੁਤ ਆ ਜਿਹੜੇ ਵਾਧੂ ਘਟੂ ਗੱਲਾਂ ਕਰਕੇ ਨਿਸ਼ਰਦਤਾ ਪੈਦਾ ਕਰਦੇ, ਉਹਦੀ ਨਿਵਰਤੀ ਵਾਸਤੇ ਕਈ ਵਾਰੀ ਫਿਰ ਬਚਨ ਕਰਨੇ ਪੈਂਦੇ। ਆਓ ਪਿਆਰ ਦੇ ਨਾਲ ਮਹੀਨੇ ਦੀ ਵਿਚਾਰਧਾਰਾ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆਂ। ਭਾਦੋਂ ਦੇ ਮਹੀਨੇ ਦੁਆਰਾ, ਕਈ ਵਾਰੀ ਮਹੀਨੇ ਦੁਆਰਾ ਸਿੱਖਿਆ ਦਿੰਦੇ ਆ, ਕਈ ਵਾਰੀ ਦਿਨ ਦੁਆਰਾ ਦੇ ਦਿੰਦੇ ਆ, ਕਈ ਵਾਰੀ ਥਿੱਤ ਦੁਆਰਾ ਦਿੰਦੇ ਆ। ਹਰ ਦੀ ਮੌਜ, ਕਈ ਵਾਰੀ ਇੱਕ ਅੱਖਰ ਨਹੀਂ ਸਿੱਖਿਆ ਦੇ ਜਾਂਦੇ ਆ। ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀਆ ਜੰਤੀ, ਊੜੇ ਅੱਖਰ ਨਾ ਹਾਂਜੀ। ਮੰਗਲਵਾਰੇ ਮੰਗਲ ਮਾਹੀਤ, ਪੰਜ ਤੋਰ ਕੀ ਜਾਣੈ ਰੀਤ, ਦਿਨਾਂ ਨਾਲ ਸਿੱਖਿਆ ਦੇ ਜਾਂਦੇ ਆ। ਇਸ ਵਾਸਤੇ ਇੱਥੇ ਹੁਣ ਮਹੀਨੇ ਦੁਆਰਾ, ਕਿਉਂਕਿ ਮਹਾਂਪੁਰਖ ਜਿਹੜਾ ਵੀ ਨੁਕਤਾ ਲੈ ਲੈਂਦੇ ਆ, ਉਹਦੇ ਦੁਆਰਾ ਉਹ ਗਿਆਨ ਦੇ ਦਿੰਦੇ ਆ। ਸੰਤਨ ਕੀ ਬਾਤ ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਪਾਤ ਮੈਂ ਪਾਤ। ਜਿਵੇਂ ਕੇਲਾ ਫਰੋਲੋ ਪੱਤਿਆਂ 'ਚੋਂ ਪੱਤੇ,
ਸੰਤ ਮਹਾਂਪੁਰਸ਼ਾਂ ਦੇ ਗਿਆਨ ਰੂਪੀ ਬਚਨਾਂ 'ਚੋਂ ਹੋਰ ਗਿਆਨ ਉਹ ਅੰਮ੍ਰਿਤ ਦਾ ਝਰਨਾ ਜਿਹੜਾ ਝਰਦਾ ਰਹਿੰਦਾ, ਜਿਵੇਂ ਚਸ਼ਮੇ 'ਚੋਂ ਪਾਣੀ ਸੁਤੇ ਸਿੱਧ ਵਗਦਾ, ਇਉਂ ਮਹਾਂਪੁਰਖਾਂ ਦੀ ਰਚਨਾ ਤੋਂ ਇਹ ਗਿਆਨ ਦਾ ਪ੍ਰਵਾਹ ਕੋਈ ਅਖਬਾਰੀ ਗੱਲਾਂ ਪੜ੍ਹ ਕੇ ਨਹੀਂ ਹੁੰਦਾ ਰਸਾਲਿਆਂ ਨਾਲ, ਇਹ ਕੁਦਰਤੀ ਤੌਰ 'ਤੇ ਉਹਦੀ ਬਖਸ਼ਿਸ਼ ਦੇ ਨਾਲ ਹੁੰਦਾ। ਇਸ ਵਾਸਤੇ ਭਾਦਰੋਂ ਮਹੀਨੇ ਦੁਆਰਾ ਦੱਸਦੇ ਆ, ਬਹੁਤ ਸਾਰੇ ਲੋਕ ਉਹ ਭਰਮਾਂ ਦੇ ਵਿੱਚ ਭੁਲਾਣੀਆਂ ਭੁੱਲੇ ਫਿਰਦੇ ਹਨ। ਦੂਜੈ ਲੱਗਾ ਹੇਤ, ਕਿਉਂਕਿ ਉਹਨਾਂ ਦਾ ਹੀਤ ਜਿਹੜਾ ਪਿਆਰ ਸੀ ਨਾ, ਉਹ ਦੂਸਰੇ ਪਾਸੇ ਲੱਗ ਗਿਆ। ਜਿਹਦਾ ਨਸ਼ਿਆਂ ਨਾਲ ਪਿਆਰ ਲੱਗ ਗਿਆ, ਵਿਸ਼ਿਆਂ ਨਾਲ ਪਿਆਰ ਲੱਗ ਗਿਆ, ਉਹ ਨਾ ਮਾਂ ਪਿਓ ਦੀ ਸੇਵਾ ਕਰੂਗਾ, ਨਾ ਸਮਾਜ ਦੀ, ਨਾ ਸਾਧੂ ਸੰਤ ਦੀ, ਨਾ ਗੁਰੂ ਕੇ ਨਿਸ਼ਾਨ ਧਾਮ ਦੀ। ਉਹਦਾ ਗੁਰਦੁਆਰੇ ਵਿੱਚ ਚੀਜ਼ ਚੁੱਕ ਕੇ ਚੋਰੀ ਕਰਕੇ ਨਸ਼ਾ ਪੂਰਾ ਕਰੂ। ਉਹਦਾ ਨਹੀਂ ਕੋਈ ਵੀ ਗੁਰੂ ਪੀਰ ਹੁੰਦਾ। ਘਰੋਂ ਵੀ ਚੋਰੀ ਕਰੇਗਾ, ਘਰ ਵਾਲੀ ਦੇ ਗਹਿਣੇ ਵੀ ਵੇਚੇਗਾ, ਅਤੇ ਆਪਣੀ ਮਾਂ ਦੇ ਉੱਤੇ ਵੀ ਜ਼ੁਲਮ ਕਰੇਗਾ, ਪਿਤਾ 'ਤੇ ਵੀ ਕਰੇਗਾ, ਚਸਕਾ ਪੂਰਾ ਕਰਨ ਲਈ। ਆਹ ਰੋਜ਼ ਅਖਬਾਰਾਂ ਛਪਦੀਆਂ ਹੀ ਆ, ਪਿਓ ਮਾਰਤਾ, ਮਾਂ ਮਾਰਤੀ, ਘਰ ਵਾਲੀ ਮਾਰਤੀ, ਨਿਆਣੇ ਮਾਰਤੇ। ਫਿਰ ਕਿਹਾ ਕਈ ਵਾਰੀ ਆਪਣੇ ਜੀਵਨ ਦੀ ਲੀਲਾ ਵੀ ਖਤਮ ਕਰ ਲੈਂਦਾ, ਕਿਉਂ ਬੁਰਾਈ ਇੰਨੀ ਵੱਧ ਗਈ। ਉਹ ਬੁਰਾਈ ਫਿਰ ਉਹਦੇ ਜੀਵਨ ਦਾ ਘਾਤ ਕਰਾ ਦਿੰਦੀ ਹੈ, ਆਪਣਾ ਵੀ ਦੂਏ ਦਾ ਵੀ। ਭਰਮਾਂ ਵਿੱਚ ਭੁੱਲੇ ਹੋਏ ਲੋਕ, ਹੁਣ ਸ਼ਰਾਬ ਦੇ ਵਿੱਚ ਸੁਗੰਧੀ ਤਾਂ ਕੋਈ ਹੈ ਨਹੀਂ, ਪਿਆਸ ਵੀ ਨਹੀਂ ਬੁਝਾਉਂਦੀ। ਆੜਾ ਚਿੱਟੇ ਜਿਹੇ ਦਾ ਧੂੰਆਂ ਲੈਂਦੇ, ਰੱਬ ਨਾ ਕਰੇ ਕਿ ਇਹਨੂੰ ਪਾਗਲ ਨਾ ਬਣਾਵੇ। ਰੋਜ਼ ਦੇ 4-4 ਹਜ਼ਾਰ ਰੁਪਏ ਦਾ ਲਿਆ ਕੇ ਉਹ ਕਾਗਜ਼ 'ਤੇ ਪਾ ਕੇ ਸੇਕ ਜਿਹਾ ਦੇ ਕੇ ਧੂੰਆਂ ਨਾਸਾਂ ਨੂੰ ਚੜਾਉਂਦੇ, ਆਪ ਪਾਗਲ ਹੋ ਰਹੇ। ਅਤੇ ਫਿਰ ਇਹ ਭਰਮਾਂ 'ਚ ਭੁੱਲੇ ਹੀ ਕਰੀ ਜਾਂਦੇ। ਉਹਦੇ ਨਾਲ ਨਾ ਭੁੱਖ ਮਿਟਦੀ ਹੈ, ਨਾ ਪਿਆਸ ਬੁਝਦੀ ਹੈ। ਗਲਤ ਕੰਮਾਂ 'ਚ ਕਿਵੇਂ ਸੰਸਾਰ ਲੱਗਿਆ ਹੋਇਆ। ਇਸ ਤਰ੍ਹਾਂ ਹੋਰ ਬੁਰਾਈਆਂ ਵੀ ਹੈਗੀਆਂ, ਪੰਜੇ ਵਕਾਰ ਹੈਗੇ ਆ। ਆਸਾ, ਤ੍ਰਿਸ਼ਨਾ, ਮਮਤਾ, ਈਰਖਾ, ਨਫ਼ਰਤ, ਘਿਰਣਾ, ਨਿੰਦਿਆ, ਚੁਗਲੀ, ਇਹ ਚੀਜ਼ਾਂ ਇੱਕ ਥੋੜ੍ਹੀ ਬਲਾਵਾਂ ਚਿੰਬੜੀਆਂ ਹੈ। ਇਹ ਭਰਮਾਂ 'ਚ ਪਿਆ ਹੋਇਆ, ਗੁਰੂ ਘਰ ਤੋਂ, ਬਾਣੀ ਤੋਂ ਬੇਮੁਖ ਹੋ ਕੇ, ਬਾਣਾ ਛੱਡ ਕੇ, ਗੁਰਮਤਿ ਅਸੂਲ ਤਿਆਗ ਕੇ ਭਰਮਾਂ 'ਚ ਭੁੱਲਿਆ, ਬੜੀਆਂ ਮਸਾਣੀਆਂ ਕਬਰਾਂ ਦੀ ਪੂਜਾ ਕਰ ਰਿਹਾ, ਹੋਰ ਕਈ ਤਰ੍ਹਾਂ ਦੇ ਪੀਰ ਫਕੀਰ ਮਨਾਉਂਦਾ ਫਿਰਦਾ। ਭਾਦਰੋਂ ਮਹੀਨੇ ਦੁਆਰਾ ਕਹਿੰਦੇ ਬਹੁਤ ਲੋਕ ਇਸ ਤਰ੍ਹਾਂ ਭਰਮਾਂ 'ਚ ਭੁੱਲੇ ਹੋਏ ਸੰਸਾਰ 'ਤੇ ਘੁੰਮ ਰਹੇ, ਵਿਚਰ ਰਹੇ ਹਨ। ਲੱਖ ਸੀਗਾਰ ਬਣਾਇਆ, ਦੂਜਾ ਲੱਗਾ ਹੇਤ, ਉਹਨਾਂ ਦਾ ਹੇਤ ਦਵੈਸ਼ ਭਾਵ ਵਿੱਚ ਲੱਗਾ। ਏਕਤਾ ਵਾਲਾ ਭਾਵ ਹੈ ਨਹੀਂ ਨਾ, ਜੇ ਤਾਂ ਏਕਤਾ ਵਾਲਾ ਭਾਵ ਆ ਜਾ, ਜਦੋਂ ਸਾਰਿਆਂ 'ਚ ਆਤਮਾ ਇੱਕੋ ਹੀ ਹੈ, ਫਿਰ ਤਾਂ ਇੱਧਰ ਉੱਧਰ ਘੁੰਮਣ ਦੀ ਲੋੜ ਖਤਮ ਹੋ ਜਾਂਦੀ। ਜਦੋਂ ਫਿਰ ਉਹ ਦੂਜੇ 'ਚ ਦੂਜਾ ਦੇਖਦਾ, ਫਿਰ ਉਹ ਭਟਕਦਾ ਫਿਰਦਾ। ਮਿਸਰ ਦੇ ਵਿੱਚ ਇੱਕ ਫਕੀਰ ਸੀ, ਸਾਰੇ ਦੇਸ਼ਾਂ 'ਚ ਹੀ ਹੋਏ। ਜੂ ਉਲ ਨੂਨ ਉਹਦਾ ਨਾਮ ਸੀ। ਖੈਰ ਕਮਾਈ ਤਾਂ ਕਰਦਾ ਸੀ, ਜਿੰਨਾ ਚਿਰ ਮੰਜ਼ਿਲ ਮੁਕਾਮ ਨਹੀਂ ਮਿਲਦਾ ਉਹਨਾਂ ਚਿਰ ਬਾਟ ਵਿੱਚ ਹੀ ਆ। ਅਤੇ ਰੱਬ ਦੀ ਹੁਣ ਪਤਾ ਨਹੀਂ ਬਖਸ਼ਿਸ਼ ਕਿਹਦੇ 'ਤੇ ਹੋ ਜਾਂਦੀ। ਉਹ ਜਿਵੇਂ ਹੁਣ ਮੁਸਲਮਾਨ ਲੋਕ ਹਨ, ਜਦੋਂ ਨਮਾਜ਼ ਪੜ੍ਹਨ ਮਸੀਤ 'ਤੇ ਜਾਣਾ, ਮਸੱਲਾ ਚਾਹੀਦਾ, ਲੋਟਾ ਲੈ ਕੇ ਫਿਰ ਉਹ ਬੁਝੂ ਬਾਜੂ ਕਰਦੇ ਆ, ਆਪਾਂ ਪੰਜ ਇਸ਼ਨਾਨਾ ਕਰਦੇ ਹਾਂ, ਉਹਨਾਂ ਦਾ ਆਪਣਾ ਢੰਗ ਰੰਗ ਹੈਗਾ। ਕਈ ਇਸ਼ਨਾਨ ਕਰਦੇ ਆ, ਅਸੀਂ ਫਿਰ ਜਾਂਦੇ ਮਾਰੇ ਤਾਪਿਆ ਬਸਤਰ ਬਦਲ ਕੇ। ਕਈ ਤਾਂ ਉਵੇਂ ਤੁਰੇ ਫਿਰਦੇ ਆ, ਰਾਤ ਬੋਤਲ ਪੀ ਲਈ, ਸਵੇਰੇ ਤਾਪਿਆ ਆ ਕੇ ਬਹਿ ਗਏ। ਘਰਾਂ 'ਚ ਵੀ ਹੈ, ਔਰ ਮਾਂਸ ਖਾ ਲਿਆ, ਸ਼ਰਾਬ ਪੀ ਲਈ, ਫਿਰ ਤਾਪਿਆ ਆ ਕੇ ਬਹਿ ਜਾਂਦੇ ਆ। ਪਰ ਨਹੀਂ, ਜਿਹੜੇ ਸਿਆਣੇ ਆ
ਉਹ ਮਹਾਰਾਜ ਸਤਿਕਾਰ ਹਰ ਚੀਜ਼ ਮਰਜ਼ਾਦਾ 'ਚ ਚੱਲਦੇ। ਉਹ ਹੁਣ ਬੁਝੂ ਕਰ ਰਿਹਾ। ਉੱਥੇ ਇੱਕ ਇਸਤਰੀ, ਉਹ ਬੜੀ ਗਿਆਨਵਾਨ ਹੈ, ਉਹ ਉਹਨੂੰ ਦੇਖ ਰਹੀ ਵੀ ਇਹ ਕੀ ਕਰ ਰਿਹਾ। ਇਹਨੇ ਵੀ ਦੇਖਿਆ, ਇਹਨੂੰ ਪੁੱਛਿਆ, ਇਹ ਦੇਵੀ ਤੂੰ ਕਿਵੇਂ ਖੜੀ ਹੈ? ਉਹ ਕਹਿੰਦੀ ਮੈਂ ਦੇਖ ਰਹੀ ਹਾਂ। ਜੇ ਤਾਂ ਤੂੰ ਦੀਵਾਨਾ ਹੁੰਦਾ ਨਾ ਮਸਤਾਨਾ ਮਹਾਂਪੁਰਖ, ਫਿਰ ਤੈਨੂੰ ਬੁਝੂਗਾਰ ਕਰਨ ਦੀ ਕੀ ਲੋੜ ਸੀ? ਕਿਉਂ ਹੱਦ ਟੱਪੇ ਔਲੀਆ ਬੇਹੱਦ ਟੱਪੇ ਪੀਰ, ਹੱਦ ਬੇਹੱਦ ਦੋਨੋਂ ਟੱਪੇ ਉਸਕਾ ਨਾਮ ਫਕੀਰ। ਤੂੰ ਹਾਲੇ ਆ ਬੁਝੂ 'ਚ ਫਸਿਆ ਬੈਠਾ। ਜੇ ਤੇਰੀ ਬਿਰਤੀ ਆਤਮਾਕਾਰ ਹੋ ਜਾਂਦੀ ਫਿਰ ਤਾਂ ਤੇਰੀ ਮੰਜ਼ਿਲ ਬਹੁਤ ਉੱਪਰ ਚੱਲ ਜਾਣੀ ਸੀ। ਇਸ ਕਰਕੇ ਤੂੰ ਦੀਵਾਨਾ ਮਸਤਾਨਾ ਨਹੀਂ ਹੈ। ਜੇ ਤੂੰ ਆਲਮ ਵਿਦਵਾਨ ਹੁੰਦਾ ਫਿਰ ਤੈਨੂੰ ਆਲੇ ਦੁਆਲੇ ਝਾਕਣ ਦੀ ਲੋੜ ਨਾ ਸੀ। ਅਤੇ ਜੇ ਤੂੰ ਆਤਮ ਦਾ ਰਿਸ਼ੀ ਗਿਆਨਵਾਨ ਹੁੰਦਾ, ਤੈਨੂੰ ਆਤਮਾ ਦਾ ਬੋਧ ਹੁੰਦਾ, ਤੇਰਾ ਧਿਆਨ ਇੱਕ ਨਿਰੰਕਾਰ ਪਰਮਾਤਮਾ ਖੁਦਾ ਵਿੱਚ ਹੋਣਾ ਸੀ। ਤੂੰ ਤਿੰਨਾਂ 'ਚੋਂ ਕੁਝ ਵੀ ਹੈ। ਹੁਣ ਇਨਸਾਨ ਕਈ ਵਾਰੀ ਕੁਝ ਕਰਮ ਕਰਦਾ, ਉਹ ਸਮਝਦਾ ਮੈਂ ਬਹੁਤ ਕੁਝ ਬਣ ਗਿਆ। ਉਹ ਦੇਵੀ ਕਹਿੰਦੀ ਤੂੰ ਤਾਂ ਤਿੰਨਾਂ 'ਚੋਂ ਕੁਝ ਵੀ ਹੈ। ਉਹਦੀ ਅੱਖ ਖੁੱਲ੍ਹ ਗਈ। ਉਹ ਗਿਆਨਵਾਨ ਸੀ, ਜਿਹੜੀ ਅਟਕਲ ਸੀ ਉਹ ਨਿਕਲ ਗਈ, ਕੁੰਡੀ ਸਮਝ ਆ ਗਈ। ਔਰ ਜਦੋਂ ਅੰਮ੍ਰਿਤ ਦ੍ਰਿਸ਼ਟੀ, ਗਿਆਨ ਦ੍ਰਿਸ਼ਟੀ ਨਾਲ ਦੇਖਿਆ, ਉਹਦੇ ਅੰਦਰ ਵੀ ਗਿਆਨ ਉਜਾਗਰ ਹੋ ਗਿਆ। ਜਿਵੇਂ ਜਗ ਦੀ ਜੋਤ ਜਨ ਦੀਪਕ ਤੇ ਦੀਪ ਜਗਾਇਓ। ਇੱਕ ਦੀਵਾ ਜਗਦਾ ਹੋਵੇ, ਦੂਏ ਦੀਵਿਆਂ 'ਚ ਤੇਲ ਬੱਤੀ ਹੋਵੇ, ਆਹ ਦਿਵਾਲੀ ਵੀ ਆਪਾਂ ਇੱਕ ਜਗਾ ਲੈਂਦੇ, ਬਾਕੀ ਕਿੰਨੇ ਜਗਾਈ ਜਾਂਦੇ, ਜਗ ਜਾਂਦੇ ਕਿ ਨਹੀਂ? ਪਰ ਜੇ ਦੀਵਾ ਵੀ ਨਾ ਹੋਵੇ, ਤੇਲ ਬੱਤੀ ਵੀ ਨਾ ਹੋਵੇ, ਫਿਰ ਕਿੱਥੋਂ ਜਾਊਗਾ? ਕਿਉਂਕਿ ਜਿੰਨਾ ਚਿਰ ਸੋਝੀਵਾਨ ਪੁਰਸ਼ ਨਹੀਂ ਮਿਲਦਾ, ਇਨਸਾਨ ਆਪਣੇ ਢੰਗ ਨਾਲ ਕਰਮ ਕਰਦਾ, ਭਾਵੇਂ ਉਹਨੂੰ ਸਮਝਦਾ ਬਹੁਤ ਵੱਡਾ, ਪਰ ਜਿਹੜੀ ਅਟਕਲ ਹੁੰਦੀ ਹੈ ਉਹ ਬਿਨਾਂ ਮਹਾਂਪੁਰਖਾਂ ਤੋਂ ਦੂਰ ਨਹੀਂ ਹੁੰਦੀ। ਮਹਾਂਪੁਰਖ ਇਸਤਰੀ ਜਾਮੇ 'ਚ ਹੋਵੇ, ਮਹਾਂਪੁਰਖ ਪੁਰਸ਼ ਜਾਮੇ 'ਚ ਹੋਵੇ, ਮਹਾਂਪੁਰਖ ਭਾਵੇਂ ਕਿਸੇ ਚੰਡਾਲ ਜਾਤ ਵਿੱਚ ਜੰਮਿਆ ਹੋਵੇ, ਇਹਦਾ ਕੋਈ ਭੇਦ ਨਹੀਂ। ਗੱਜ ਕੇ ਬੋਲੋ ਸਤਿ ਵਾਹਿਗੁਰੂ। ਇਹ ਕੋਈ ਬੈਨ ਨਹੀਂ ਹੈ। ਰੱਬ ਦੀ ਕਿਹਦੇ 'ਤੇ ਕਿਰਪਾ ਹੋ ਜਾਣੀ ਹੈ, ਕਿਹਦੇ 'ਤੇ ਬਖਸ਼ਿਸ਼ ਹੋਣੀ ਹੈ। ਵੀਰਾਂ ਬਾਈ 'ਤੇ ਹੋ ਜਾਣੀ ਹੈ, ਸਹਿਜੋ ਬਾਈ 'ਤੇ ਹੋ ਜਾਣੀ, ਕਰਮੋ ਬਾਈ 'ਤੇ ਹੋ ਜਾਣੀ, ਕਿਹਦੇ 'ਤੇ ਹੋ ਜਾਣੀ? ਬੇਬੇ ਨਾਨਕੀ 'ਤੇ, ਬੀਬੀ ਭਾਨੀ 'ਤੇ, ਉਹ ਮਾਤਾ ਸਾਹਿਬ ਕੌਰ ਜੀ ਹੈ। ਇਹ ਤਾਂ ਮਹਾਰਾਜ ਦੀ ਆਪਣੀ ਦਾਤ ਹੈ। ਹੋਰ ਬੇਅੰਤ ਸਿੰਘਣੀਆਂ ਹੋਈਆਂ ਕਿਰਪਾ ਕਰਦੇ। ਕਬੀਰ ਸਾਹਿਬ ਦਾ ਜਸ ਪੜ੍ਹਿਆ ਹੋਇਆ, ਕਬੀਰ ਨੂੰ ਦੱਸਿਆ ਇੱਕ ਸਹਿਜੋ ਬਾਈ, ਉਹਦੀ ਅਵਸਥਾ ਬਹੁਤ ਮਹਾਨ। ਆਪਣੀ ਜਮਾਤ ਦੇ ਵਿਦਿਆਰਥੀ ਨਾਲ ਹਰੇਕ ਪ੍ਰੇਮ ਕਰਦਾ, ਅੱਗੇ ਵਧਾਂ ਮੈਂ, ਹੋਰ ਨਿਰਣਾ ਗਿਆਨ ਮਿਲੇ। ਜਿਹੋ ਜਿਹੀ ਕਿਸੇ ਦੀ ਭਾਵਨਾ, ਉਹੋ ਜਿਹਿਆਂ ਦੀ ਉਹਦੀ ਸੰਗਤ ਹੁੰਦੀ ਹੈ। ਨਸ਼ਈ ਨਸ਼ਈਆਂ ਕੋ ਜਾਣਗੇ, ਚੋਰ ਚੋਰਾਂ ਕੋ ਜਾਣਗੇ, ਸਾਧ ਸਾਧਾਂ ਕੋ ਜਾਣਗੇ। ਕਬੀਰ ਸਾਹਿਬ ਉੱਥੇ ਚਲੇ ਗਏ। ਕਹਿੰਦੇ ਸਹਿਜੋ ਬਾਈ ਕਿੱਥੇ ਹੈ? ਕਹਿੰਦੇ ਮਹਾਰਾਜ ਉਹ ਜੰਗਲ ਦੇ ਵਿੱਚ ਨਾ ਏਰ ਨੇ ਗੋਹੇ ਇਕੱਠੇ ਕਰ ਰਹੀ ਹੈ। ਕਬੀਰ ਸਾਹਿਬ ਦੀ ਜਗਿਆਸਾ ਹੋਰ ਵਧੀ, ਕਮਾਲ ਦੀ ਗੱਲ ਹੈ। ਐਡੇ ਮਹਾਂਪੁਰਸ਼ਾਂ ਵਾਲੇ ਗੋਹੇ ਇਕੱਠੇ ਕਰਦੀ ਆ ਪਾਥੀਆਂ ਪੱਥਣ ਲਈ। ਉੱਥੇ ਚਲੇ ਗਏ। ਉੱਥੇ ਹੋਰ ਮਾਈਆਂ ਵੀ ਸੀਆਂ, ਉਹਨਾਂ ਦਾ ਵਿਵਾਦ ਹੋ ਰਿਹਾ ਸੀ ਆਮ ਪਿੰਡਾਂ ਦੇ ਵਿੱਚ। ਤਾਂ ਗੈਸ ਗੂਸ ਆ ਗਈ ਨਾ, ਹਾਲੇ ਵੀ ਗਰੀਬਾਂ ਘਰਾਂ 'ਚ ਹੈਗਾ, ਪਾਥੀਆਂ ਪਾਦੇ ਸੀ। ਪਾਥੀਆਂ ਦੀ ਲੜਾਈ ਵੀ ਹੋ ਪੈਂਦੀ ਸੀ, ਤੇਰੇ ਪਸ਼ੂ ਅਵਾਰਾ ਪਾਥੀਆਂ ਸਾਡੀਆਂ ਖਰਾਬ ਕਰ ਗਏ,
ਜਾਂ ਚੌਕੇ ਲਾ ਇਹ ਚੱਲਦਾ ਰਹਿੰਦਾ ਸੀ। ਉਹ ਪਾਥੀਆਂ ਦੇ ਉੱਤੇ ਝਗੜਾ ਹੋ ਗਿਆ। ਉਹਨਾਂ 'ਚ ਜ਼ਿਆਦਾ ਉੱਚੀ ਮਾਤਾ ਸਹਿਜੋ ਬਾਈ ਬੋਲ ਰਹੀ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਆਇਆ ਸੀ ਬਹੁਤ ਗਿਆਨਵਾਨ ਹਾਂ, ਲੜਾਈ ਪਾਥੀਆਂ ਦੀ ਉਹ ਨਹੀਂ ਜਾਣ ਕੇ ਕੌਤਕ ਵਰਤਾਇਆ ਸੀ ਕਬੀਰ ਦਾ ਭਰਮ ਕੱਢਣ ਲਈ। ਕਬੀਰ ਸਾਹਿਬ ਕਹਿੰਦੇ ਕਿ ਪਾਥੀਆਂ ਦੀ ਲੜਾਈ, ਇਹ ਮੇਰੀਆਂ ਪਾਥੀਆਂ ਚੁੱਕ ਲਈਆਂ, ਇਹ ਕਿਵੇਂ ਪਤਾ ਲੱਗੂ ਤੇਰੀਆਂ ਪਾਥੀਆਂ ਕਿਹੜੀਆਂ ਦੀਦੀਆਂ ਕਿਹੜੀਆਂ, ਇਹ 'ਤੇ ਕਿਹੜਾ ਕੋਈ ਲਿਖਿਆ ਹੋਇਆ। ਸਹਿਜੋ ਬਾਈ ਕਹਿੰਦੇ ਹਾਂ ਹੈ, ਤੂੰ ਕੰਨ ਨਾਲ ਲਾ ਕੇ ਦੇਖ ਲਈ, ਜਿਹੜੀ ਪਾਥੀ 'ਚੋਂ ਸ਼੍ਰੀ ਰਾਮ ਦੀ ਆਵਾਜ਼ ਆਵੇ ਨਾ ਉਹ ਪਾਥੀ ਸਹਿਜੋ ਬਾਈ ਦੀ ਹੋਊਗੀ। ਉਹ ਕਬੀਰ ਹੁਣ ਉਹਨਾਂ ਦਾ ਝਗੜਾ ਮਿਟਾਉਣ ਲਈ ਪਾਥੀਆਂ ਕੰਨਾਂ ਨਾਲ ਲਾਉਂਦਾ ਅਤੇ ਉਹ ਜਿਹੜੀਆਂ ਸਹਿਜੋ ਬਾਈ ਦੇ ਪਵਿੱਤਰ ਹੱਥਾਂ ਨਾਲ ਪੱਥੀਆਂ ਗਈਆਂ ਔਰ ਸ਼੍ਰੀ ਰਾਮ ਦਾ ਜਾਪ ਕਰਦਿਆਂ ਉਹਨਾਂ 'ਚੋਂ ਆਵਾਜ਼ ਆ ਰਹੀ। ਕਬੀਰ ਸਾਹਿਬ ਚਰਨ ਡਿੱਗ ਪਿਆ ਵੀ ਮੈਂ ਤਾਂ ਵੱਡਾ ਭਗਤ ਸਮਝਦਾ, ਇਹ ਕਮਾਲ ਦੀ ਗੱਲ ਹੈ। ਇੰਨੀ ਉੱਚੀ ਅਵਸਥਾ, ਪਵਿੱਤਰ ਹੱਥਾਂ ਨਾਲ ਜਿਹੜੀਆਂ ਪਾਥੀਆਂ ਪੱਥੀਆਂ, ਰਾਮ ਨਾਮ ਦੀ ਧੁਨ ਉਹਦੇ 'ਚ ਵੀ ਗੂੰਜ ਰਹੀ ਹੈ। ਆਪਣੇ ਅੰਦਰ ਤਾਂ ਉਹਦੀ ਗੰਜਾਰ ਹੋਣੀ ਸ਼ਬਦ ਦੀ, ਜਿਹੜੀ ਧਰਤੀ ਦੇ ਉਚਰਨ ਰੱਖ ਦਿੰਦੇ ਆ, ਜਿਹਦੇ 'ਤੇ ਦ੍ਰਿਸ਼ਟੀ ਕਰ ਦਿੰਦੇ ਆ, ਜਿਹੜੀ ਵਸਤੂ ਨਾਲ ਉਹਨਾਂ ਦਾ ਸੰਪਰਕ ਹੋ ਜਾਂਦਾ। ਬਿਜਲੀ ਦੀ ਤਾਰ 'ਚ ਜਿਹ 'ਚ ਬਿਜਲੀ ਆ ਦੂਈ ਨਾਲ ਲਾਵਾਂਗੇ ਉਹ 'ਚ ਵੀ ਕਰੰਟ ਆ ਜਾਊ, ਅਤੇ ਜਿਹੜੀ ਤਾਰ ਆਪੇ ਫਿਊਜ਼ ਆ ਉਹ ਦੂਈ 'ਚ ਕਿੱਥੋਂ ਕਰ ਦਊਗੀ। ਬਲਬ ਫਿਊਜ਼ ਆ, ਟਿਊਬ ਫਿਊਜ਼ ਆ, ਜਿੰਨਾ ਮਰਜ਼ੀ ਬਟਨ ਨੱਪੀ ਜਾਓ ਲਾਈਟ ਆ ਜਾਊਗੀ, ਫਿਲਾਮੈਂਟ ਸੜਿਆ ਹੋਇਆ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਜਿਨ੍ਹਾਂ ਦੇ ਅੰਦਰ ਆਤਮਾ ਵਸਤੂ ਸ਼ਬਦ ਦੀ ਰੌਹ ਚੱਲਦੀ ਹੈ ਔਰ ਜਿਹਦੇ 'ਤੇ ਵੀ ਉਹ ਕਿਰਪਾ ਕਰ ਦਿੰਦੇ ਹੈ। ਜਹਾਂ ਤੁਮ ਕਦਮ ਰੱਖੋਗੇ ਵਹਾਂ ਫੂਲ ਖਿਲੇਂਗੇ, ਜਿੱਥੇ ਉਹ ਕਦਮ ਰੱਖਦੇ ਕੰਢੇ ਵੀ ਫੁੱਲ ਬਣ ਜਾਂਦੇ। ਕੰਢਿਆਂ ਵਾਂਗੂ ਲੋਕਾਂ ਨੂੰ ਦੁੱਖ ਦੇਣ ਵਾਲੇ ਬੰਦੇ ਫੁੱਲਾਂ ਵਾਂਗੂ ਦੁਨੀਆ ਨੂੰ ਸੁਗੰਧੀ ਦੇਣ ਵਾਲੇ ਬਣਾ ਦਿੰਦੇ ਆ। ਇਹ ਮਹਾਂਪੁਰਖਾਂ ਦੀ ਦ੍ਰਿਸ਼ਟੀ ਹੁੰਦੀ ਹੈ। ਅਤੇ ਬਾਕੀ ਸੰਸਾਰ ਜਿਹੜਾ ਸੰਗਤ ਨੂੰ ਟੁੱਟਿਆ ਹੋਇਆ ਨਗੁਰਿਆਂ ਦਾ, ਮਹਾਰਾਜ ਕਹਿੰਦੇ ਭਾਦੋਏ ਭਰਮ ਭੁਲਾਣੀਆਂ, ਮਹੀਨੇ ਦੀ ਵਿਚਾਰ ਦੁਆਰਾ ਉਹ ਭਰਮਾਂ 'ਚ ਭੁੱਲੇ ਹੋਏ। ਕਿਉਂ ਕਹਿੰਦਾ ਹੇਤ ਪ੍ਰੇਮ ਪਰਮਾਤਮਾ ਨਾਲ ਨਹੀਂ, ਸੰਗਤ ਨਾਲ ਨਹੀਂ, ਮਹਾਂਪੁਰਖਾਂ ਨਹੀਂ, ਉਹ ਦੂਸਰੇ ਪਾਸੇ ਭੁੱਲੇ ਫਿਰਦੇ ਹਨ, ਦਵੈਸ਼ਵਾਦ ਵਿੱਚ ਲੱਗੇ ਹੋਏ ਹਨ। ਲੱਖ ਸੀਗਾਰ ਬਣਾਇਆ, ਭਾਵੇਂ ਲੱਖਾਂ ਪ੍ਰਕਾਰ ਦੇ ਸ਼ਿੰਗਾਰ ਵੀ ਬਣਾ ਲੈਣ, ਕਾਰਜ ਨਾਹੀ ਕੇਤ। ਉਹ ਜਿਹੜੇ ਕੀਤੇ ਹੋਏ ਪਾਪੜ ਵੇਲਦੇ ਨਾ, ਲੋਕ ਦਿਖਾਵੇ ਦੇ ਵਿਡੰਬਨੀ ਕਿਰਿਆ ਕਰਦੇ ਆ। ਕਿਉਂਕਿ ਦੁਆਨੀਆਂ ਅੱਖਾਂ 'ਚ ਤਾਂ ਘੱਟਾ ਪਾ ਲਓ, ਰੱਬ ਦੇ ਨਹੀਂ ਨਾ ਪੈਂਦਾ। ਵੀ ਸ਼ਾਇਦ ਉਹ ਦੇਖਦਾ ਨਹੀਂ, ਉਹ ਤਾਂ ਅੰਦਰ ਬੈਠਾ ਸਭ ਕੁਝ ਦੇਖੀ ਜਾਂਦਾ। ਉਹਦਾ ਨੈੱਟ ਤਾਂ ਬਹੁਤ ਮਹਾਨ ਆ। ਇਸ ਵਾਰ ਕਹਿੰਦੇ ਉਹਦੇ ਕੀਤੇ ਕਰਮ ਜੋ ਸ਼ਬਦ ਤੋਂ ਨਾਮ ਤੋਂ ਬਿਨਾਂ, ਜਿਵੇਂ ਇਹ ਕਿ ਬਿਨਾਂ ਸਿਫਰਿਆਂ ਦਾ ਕਾਣੀ ਕੌਡੀ ਮੁੱਲ ਨਹੀਂ, ਨਾਮ ਬਿਨਾਂ ਕਾਣੀ ਕੌਡੀ ਮੁੱਲ ਨਹੀਂ ਪੈਂਦਾ ਹੈ। ਜਿਤ ਦਿਨ ਦੇਹ ਬਿਨਸ ਸੀ, ਜਦੋਂ ਇਹਨਾਂ ਦੀ ਦੇਹ ਬਿਨਸ ਸੀ, ਨਾਸ ਹੋ ਜਾਂਦੀ, ਮੌਤ ਆ ਜਾਂਦੀ ਹੈ। ਤਿਤ ਵੇਲ ਕਹਿਸਨ ਪ੍ਰੇਤ, ਇਹਨੂੰ ਪ੍ਰੇਤ ਕਹਿਣ ਲੱਗ ਪਏ, ਪਰੇ ਕਰ ਦਿਓ, ਹੁਣੇ ਅਪਵਿੱਤਰ ਹੋ ਗਿਆ, ਟੱਚ ਕਰਨ ਦੇ ਯੋਗ ਨਹੀਂ ਰਿਹਾ। ਪਕੜ ਚਲਾਇਨ ਦੂਤ ਜਮਾਂ ਦੇ ਦੂਤ ਸੂਖਮ ਸਰੀਰ ਨੂੰ ਪਕੜ ਕੇ ਇਹਦੇ ਵਿੱਚੋਂ ਕੱਢ ਕੇ ਪੰਜਾਂ ਤੱਤਾਂ ਦੇ ਲੋਥੜੇ 'ਚੋਂ ਅੱਗੇ ਲੈ ਤੁਰਦੇ ਹਨ ਕਰਮਾਂ ਦਾ ਭੁਗਤਾਉਣ ਵਾਸਤੇ। ਕਿਸੈ ਨਾ ਦੇਨੀ ਭੇਤ, ਕਿਸੇ ਨੂੰ ਭੇਤ ਨਹੀਂ ਦਿੰਦੇ। ਡਾਕਟਰ ਵੀ ਟੂਟੀਆਂ ਲਾ ਕੇ ਬੈਠੇ ਹੁੰਦੇ ਆ, ਤੇ ਰਿਸ਼ਤੇਦਾਰ ਵੀ ਬੈਠੇ ਹੁੰਦੇ ਆ, ਦੱਸਦੇ ਥੋੜ੍ਹੀ ਇਹ ਕਦੋਂ ਕੱਢ ਕੇ ਲੈ ਜਾਂਦੇ। ਬਾਹਰਲੇ ਦੇਸ਼ਾਂ 'ਚ ਇੱਕ ਬੰਦਾ ਕਹਿੰਦਾ ਵੀ ਦੇਖੀਏ ਕੀ ਹੁੰਦਾ। ਉਹ ਕਹਿੰਦੇ ਮੈਂ ਮਰ ਜਾਂਦਾ, ਮਰਨ ਤੋਂ ਬਾਅਦ ਦੱਸਾਂਗਾ ਕੀ ਹੁੰਦਾ। ਉਹ ਜ਼ਹਿਰ ਖਾ ਕੇ ਮਰ ਗਿਆ, ਮਿਸ ਅਰੇਂਜਮੈਂਟ ਦੇ ਢੰਗ ਨਾਲ ਉਹਦੀ ਰੂਹ ਨੂੰ ਉਹ ਸੱਦਦੇ ਰਹੇ, ਪਰ ਦੱਸ ਨਹੀਂ ਸਕਿਆ ਕਿ ਮਰਨ ਤੋਂ ਬਾਅਦ ਕੀ ਹੋਇਆ। ਇਹ ਪਰਮਾਤਮਾ ਜਾਣਦਾ ਹੈ। ਕਿਸੈ ਨਾ ਦੇਨੀ ਭੇਤ, ਉਹ ਦੂਤ ਜਲਾਈ ਦੀ ਰੂਹ ਨੂੰ ਲਿਜਾਂਦੇ
ਸਾਰਿਆਂ ਦੇ ਹੁੰਦੀਆਂ ਏ। ਇੱਥੇ ਤਾਂ 에ਅਰ ਟਾਈਟ ਕਮਰੇ ਬਣਾਉਂਦੇ ਨਾ, ਹਵਾ ਵੀ ਅੰਦਰ ਨਾ ਵੜ ਜਾਏ। ਜਮਦੂਤਾਂ ਨੂੰ ਕੋਈ ਲਾਖ ਛਾਕ ਰੋਕ ਨਹੀਂ ਸਕਦਾ, ਉਹ ਕਿਸੇ ਨੂੰ ਭੇਤ ਨਹੀਂ ਦਿੰਦੇ, ਜਿਹੜੇ ਰੂਹ ਨੂੰ ਕੱਢ ਕੇ ਲੈ ਜਾਂਦੇ ਹਨ। ਛੱਡ ਖੜੋਤੇ ਕਿਨੈ ਮਾਹੇ, ਜਿਨ੍ਹਾਂ ਨਾਲ ਇੰਨਾ ਪਿਆਰ ਸੀ ਇੱਕ ਖਿਣ ਵਿੱਚ ਛੱਡ ਕੇ ਖਲੋ ਜਾਂਦੇ, ਉਹ ਵੀ ਪਾਸੇ ਹੋ ਜਾਂਦੇ। ਹੁਣ ਤਾਂ ਮਰ ਗਿਆ, ਸਰੀਰ ਠੰਡਾ ਹੋ ਗਿਆ, ਨਾਸਾਂ ਮੂਹਰੇ ਔਰ ਮੂੰਹ ਲਾ ਲਾ ਦੇਖਦੇ ਹਨ। ਜਿਨ ਸਿਓ ਲੱਗਾ ਹੇਤ, ਜਿਨ੍ਹਾਂ ਨਾਲ ਹੇਤ ਪ੍ਰੇਮ ਲੱਗਾ ਸੀ, ਅੱਜ ਆਪਣੇ ਸਭ ਬਗਾਨੇ ਬਣ ਗਏ ਹਨ। ਹੱਥ ਮਰੋੜੈ ਤਨ ਕਪੇ, ਤਨ ਮਰੋੜਦਾ ਤੇ ਸਰੀਰ ਕੰਬਦਾ ਹੈ, ਚੁਣਚਣੀਆਂ ਜਿਹੀਆਂ ਹੁੰਦੀਆਂ ਹਨ। ਸਿਆਹੋ ਹੋਆ ਸੇਤ, ਪਹਿਲਾਂ ਤਾਂ ਚਿੱਟਾ ਰੂਮ ਬੱਗੀ ਪੂਣੀ ਵਰਗਾ ਹੋ ਜਾਂਦਾ, ਇਸ ਤਰ੍ਹਾਂ ਦੀ ਹਾਲਤ ਇਹਦੀ ਬਣ ਜਾਂਦੀ ਹੈ। ਜੇ ਹਾ ਬੀਜੈ ਸੋ ਲੁਣੈ, ਪਹਿਲਾਂ ਸਿਆਹ ਰੰਗ ਫਿਰ ਬਿਲਕੁਲ ਚਿੱਟਾ, ਤੇ ਖੂਨ ਚਿੱਟਾ ਹੋ ਜਾਂਦਾ ਨਾ, ਉਹ ਲਾਲੀ ਲੂਲੀ ਸਾਰੀ ਫੁੱਟ ਜਾਂਦੀ ਹੈ। ਜੇ ਹਾ ਬੀਜੈ ਸੋ ਲੁਣੈ, ਇਹੋ ਜਿਹਾ ਬੀਜ ਬੀਜਦਾ ਉਹੋ ਜਿਹਾ ਕੱਟਣੇ ਵੱਢਣੇ ਪੈਂਦੇ ਹਨ। ਕਰਮਾ ਸੰਦੜਾ ਖੇਤ, ਇਹ ਕਰਮਾਂ ਦੇ ਸਹਿਤ ਹੀ ਖੇਤ ਹੈ। ਜਿਹੋ ਜਿਹਾ ਕਰਮ ਕਰਦਾ ਉਹਦਾ ਫਲ ਵਸ਼ਮੇ ਭੋਗਣਾ ਪੈਂਦਾ। ਵਸ਼ਮੇ ਭੋਗਤੱਭਿਅਮ ਜਿਤਮ ਕਰਮ ਸ਼ੁਭਮ ਸ਼ੁਭਮ, ਸ਼ੁਭ ਅਸ਼ੁਭ ਜਿੰਨੇ ਕਰਮ ਉਹ ਭੋਗਣੇ ਪੈਂਦੇ। ਇਹ ਨਹੀਂ ਫਿਰ ਰੱਬ ਨੇ ਸ਼ਾਇਦ ਮੈਨੂੰ ਦੰਡ ਨਹੀਂ ਦਿੱਤਾ, ਰੱਬ ਸੁੱਤਾ ਹੋਇਆ ਜਿਹਨੂੰ ਪਤਾ ਨਹੀਂ, ਉਹ ਸਭ ਕੁਛ ਦੇਖਦਾ ਹੈ, ਸਮੇਂ ਨਾਲ ਦੰਡ ਵੀ ਦੇ ਦਿੰਦਾ, ਤੇ ਜਿਹੜੇ ਗੁਰਮੁਖ ਉਹਨਾਂ ਨੂੰ ਬਖਸ਼ਿਸ਼ਾਂ ਵੀ ਕਰਦਾ ਹੈ। ਨਾਨਕ ਪ੍ਰਭ ਸਰਨਾਗਤੀ, ਇਹ ਸਤਿਗੁਰੂ ਅਸੀਂ ਤੁਹਾਡੀ ਚਰਨ ਸ਼ਰਨ ਵਿੱਚ ਹਾਰ ਹੰਭ ਕੇ ਥੱਕ ਟੁੱਟ ਕੇ ਆ ਗਏ ਹਾਂ। ਚਰਨ ਬੋਹਿਤ ਪ੍ਰਭ ਦੇਤ, ਤੇਰੇ ਚਰਨ ਜਿਹੜੇ ਉਪਦੇਸ਼ ਉਹ ਜਹਾਜ਼ ਦੀ ਨਿਆਏ, ਉਹ ਕਿਰਪਾ ਕਰਕੇ ਐਸੇ ਉਪਦੇਸ਼ ਦਿਓ ਜਿਹਨਾਂ ਸਾਡੀ ਕਲਿਆਣ ਹੋ ਜਾਵੇ। ਸੇ ਭਾਦੋਏ ਨਰਕ ਨਾ ਪਾਈਐ, ਜਿਹੜੇ ਗੁਰੂ ਮਹਾਰਾਜ ਦੇ ਉਪਦੇਸ਼ਾਂ ਤੇ ਅਮਲ ਕਰਕੇ ਉਹਨਾਂ ਦੇ ਅਨੁਕੂਲ ਜੀਵਨ ਬਣਾ ਲੈਂਦੇ ਹਨ, ਭਾਦੇ ਮੋਹਨੇ ਦੁਆਰਾ ਕਹਿੰਦੇ ਉਹ ਨਰਕ 'ਚ ਨਹੀਂ ਪਾਏ ਜਾਂਦੇ। ਜਿਵੇਂ ਉਹ ਇੱਕ ਸੰਤ ਹੋਏ ਹੈ, ਆਪਣੇ ਉਹਨਾਂ ਨੂੰ ਜਾਪਾਨ ਦੇ ਵਿੱਚ ਇੱਕ ਸਿਪਾਹੀ ਆ ਗਿਆ, ਕਹਿੰਦੇ ਸੰਤ ਜੀ ਇਹ ਸਵਰਗ ਨਰਕ ਬਣਾਏ ਹੋ ਕਿ ਐਵੇਂ ਕਾਰ ਡਰਪੋਕਾਂ ਦਾ ਹੀ ਗੱਲ ਹੈ, ਲੋਕਾਂ ਨੂੰ ਡਰਾਉਣ ਵਾਸਤੇ ਬਣਾਏ ਹੋਏ। ਸੰਤ ਕਹਿਣ ਲੱਗੇ ਤੂੰ ਕੌਣ ਹੈ? ਕਹਿੰਦਾ ਮੈਂ ਸਿਪਾਹੀ ਹਾਂ। ਸੰਤ ਕਹਿੰਦੇ ਨਹੀਂ ਤੂੰ ਤਾਂ ਮੰਗਤਾ। ਉਹਨੂੰ ਗੁੱਸਾ ਆਇਆ ਕਿ ਮੈਂ ਸਿਪਾਹੀ ਗੌਰਮੈਂਟ ਦਾ ਮੁਲਾਜ਼ਮ, ਮੈਨੂੰ ਮੰਗਤਾ ਕਿਹਾ। ਉਹਨੂੰ ਕਿਰਪਾਨ ਕੱਢ ਲਈ। ਸੰਤ ਬੈਠੇ ਆ ਸਮਾਧੀ ਵਿੱਚ ਆਨੰਦ ਸਰੂਪ, ਕੋਈ ਅਸਰ ਨਹੀਂ। ਜਦੋਂ ਉਹ ਕਿਰਪਾਨ ਕੱਢ ਕੇ ਮਾਰਨ ਲੱਗਾ, ਕਹਿੰਦੇ ਇਹ ਨਰਕ ਹੈ, ਜਦੋਂ ਤੂੰ ਮਾਰੇਗਾ ਨਾ ਇਹ ਤੇਰਾ ਕਰਮ ਨਰਕ ਬਣ ਜਾਏਗਾ। ਉਹਦੇ ਦਿਮਾਗ ਦਾ ਕੀੜਾ ਨਿਕਲ ਗਿਆ, ਉਹਨੂੰ ਕਿਰਪਾਨ ਮਿਆਨ 'ਚ ਲੋਡ ਕਰ ਲਈ, ਕਹਿੰਦੇ ਇਹ ਸਵਰਗ ਆ। ਜਦੋਂ ਕਿਸੇ ਜੀਵ ਦਾ ਘਾਤ ਨਹੀਂ ਕਰਦਾ, ਦਇਆ ਰੱਖਿਆ ਕਰਦਾ, ਉਹ ਸਵਰਗ ਆ। ਜਦੋਂ ਤੂੰ ਕਿਸੇ ਦਾ ਘਾਤ ਕਰਦਾ, ਇਹ ਕਰਮ ਨਰਕ ਆ। ਉਹਨੂੰ ਅਕਲ ਆ ਗਈ, ਸੰਤਾਂ ਦੇ ਚਰਨਾਂ 'ਚ ਡਿੱਗ ਪਿਆ ਕਿ ਮਹਾਰਾਜ ਕਿਰਪਾ ਕਰੋ। ਕਹਿੰਦੇ ਹੋਵੇ। ਇਸ ਕਰਕੇ ਜਿਹੜੀ ਮਹਾਂਪੁਰਖਾਂ ਦੀ ਸੰਗਤ ਹੁੰਦੀ ਹੈ, ਇਹਦੇ ਵਿੱਚ ਇਹ ਬਰਕਤ ਹੁੰਦੀ ਹੈ। ਸੇ ਭਾਦੋਏ ਨਰਕ ਨਾ ਪਾਈਐ, ਉਹ ਬੰਦੇ ਭਾਦੋਂ ਦੇ ਮਹੀਨੇ ਦੁਆਰਾ ਸਿੱਖਿਆ ਦਿੰਦੇ ਹਨ, ਜੋ ਉਹਨਾਂ ਦਾ ਉਪਦੇਸ਼ ਸੁਣ ਕੇ ਮੰਨ ਕੇ ਅਮਲ ਕਰਕੇ ਉਹਦੇ 'ਤੇ ਚੱਲਦੇ ਹਨ। ਮਹਾਰਾਜ ਕਹਿੰਦੇ ਉਹ ਵਿਅਕਤੀ ਨਰਕ ਵਿੱਚ ਨਹੀਂ ਪਾਏ ਜਾਂਦੇ ਹਨ। ਗੁਰ ਰੱਖਣ ਵਾਲਾ ਹੇਤ, ਜਿਹੜੇ ਗੁਰੂ ਨਾਲ ਪਿਆਰ ਕਰਦੇ, ਮਹਾਰਾਜ ਉਹਦੀ ਰੱਖਿਆ ਕਰਨ ਵਾਲੇ, ਜਿਵੇਂ ਜੋਗਾਸਨ ਬੇਸਵਾ ਵੜਿਆ ਤੁਰ ਪਿਆ ਸੀ ਨਾ, ਤੇ 10ਵੇਂ ਪਾਤਸ਼ਾਹ ਪਹਿਰੇਦਾਰ ਬਣ ਕੇ ਆਪ ਰਖਵਾਲੇ ਬਣ ਗਏ ਸੀ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਸਿਮਰਨ 'ਚ ਲੀਨ ਰਹਿੰਦੇ ਸੀ। ਜਿੱਥੇ ਗੁਲਾਬ ਨਾ ਕੰਡੇ ਹੁੰਦੇ, ਮਨਮੁਖ ਵੀ ਹਰ ਥਾਂ ਹੀ ਹੁੰਦੇ। ਨਿੰਦਕ ਲੋਕ ਲਓ ਜੀ ਡਿਊਟੀ 'ਤੇ ਨਹੀਂ, ਉੱਥੇ ਅੱਖਾਂ ਨੂੰ ਉੱਠ ਕੇ ਬੈਠੇ ਰਹਿੰਦੇ।
ਉਹ ਭਜਨ ਵਿੱਚ ਮਗਨ ਸੀ। ਮਹਾਰਾਜ ਦਸਮ ਪਾਤਸ਼ਾਹ ਨੇ ਕਿਹਾ, ਮੇਰਾ ਸਿੱਖ ਕੀਤੇ ਇਹ ਝੂਠੀਆਂ ਨਾਲਿਸ਼ਾਂ ਸਾਜ਼ਿਸ਼ਾਂ ਕਰਦੇ। ਮਹਾਰਾਜ ਨੇ ਉਹਨਾਂ ਦਾ ਸਰੂਪ ਧਾਰ ਕੇ ਬੰਦੂਕ ਫੜ ਕੇ ਪਹਿਰਾ ਦਿੰਦੇ ਰਹੇ। ਜਦੋਂ ਆਏ ਮਹਾਰਾਜ ਮੈਂ ਹਾਜ਼ਰ ਨਹੀਂ ਹੋਇਆ। ਉਹ ਨਿੰਦਕ ਜ਼ਿਲ੍ਹੇ ਅਫਸਰ ਦੇਖਣ ਤੋਂ ਬਾਬਾ ਕਰਮ ਸਿੰਘ ਉੱਥੇ ਡਿਊਟੀ 'ਤੇ ਹੈ, ਉਧਰ ਦੇਖਣ ਨੂੰ ਭਜਨ 'ਚ ਆ ਅਤੇ ਕਹਿੰਦੇ ਮੇਰਾ ਨਾਂ ਕੱਟ ਦਿਓ। ਕਹਿੰਦੇ ਤੁਹਾਡਾ ਨਾਂ ਨਹੀਂ ਕੱਟਣਾ, ਪਦਵੀ ਉੱਚੀ, ਡਿਊਟੀ ਵੀ ਮਾਫ ਕਰੋ, ਗੋਡ ਦੀ ਬੰਦਗੀ, ਖੁਦਾ ਦੀ, ਪਰਮਾਤਮਾ ਦੀ। ਕਹਿੰਦੇ ਨਹੀਂ, ਹੁਣ ਜਿਹਨੇ ਮੇਰੇ ਥਾਂ ਪਹਿਰਾ ਦਿੱਤਾ ਹੁਣ ਤਾਂ ਉਹਦੀ ਡਿਊਟੀ ਹੋਈ। ਕਹਿੰਦੇ ਨਾਂ ਨਹੀਂ ਕੱਟਣਾ। ਕਹਿੰਦੇ ਬਿਲਿਆ ਤੇਰੇ ਰਿਕਾਰਡ ਵੀ ਸਾਡਾ ਨਾਂ ਹੀ ਹੈ ਨਹੀਂ। ਹੁਣ ਫੌਜ ਦਾ ਰਿਕਾਰਡ ਕਿੱਥੇ ਹੁੰਦਾ, ਕਿਤੇ ਨਾਂ ਨਹੀਂ। ਅੱਜ ਕਾਗਜ਼ ਮੇਰਠ ਛਾਉਣੀ 'ਚ ਹਾਲੇ ਵੀ ਮੌਜੂਦ ਹੈ। ਮਹਾਰਾਜ ਆਪ ਪਹਿਰੇਦਾਰ ਬਣ ਜਾਂਦੇ ਜੇ ਤੂੰ ਉਹਦਾ ਬਣ ਜਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਹ ਕੋਈ ਸਤਿਯੁਗ ਦੀਆਂ ਮਿਸਾਲਾਂ ਨਹੀਂ, ਇਸੇ ਯੁੱਗ ਦੀਆਂ ਜਿਹੜੇ ਕਮਾਈ ਪਰ ਨਿੰਦਿਆ ਵਾਲੇ ਲੋਕ ਜਿਹੜੇ ਆ ਇਹ ਬਖਸ਼ਦੇ ਕਿਸੇ ਨੂੰ। ਹੁਣ ਆਕਾਸ਼ ਨੂੰ ਮੂੰਹ ਕਰਕੇ ਥੁੱਕੇਗਾ, ਚੰਦਲ ਨੂੰ ਆਪਣੇ ਮੂੰਹ 'ਤੇ ਪੈਣਾ। ਆਕਾਸ਼ ਦਾ ਕੀ ਵਿਗੜਨਾ, ਅੱਗੇ ਉਹ ਅਗੰਮ ਹੈ ਬਾਹੇਦੜ ਜਾਣ। ਉਹ ਨਿੰਦਕਾਂ ਦੇ ਆਪਣੇ ਮੂੰਹ 'ਤੇ ਥੁੱਕ ਪੈਂਦਾ। ਮਹਾਂਪੁਰਸ਼ਾਂ ਦੀ ਮਹਿਮਾ ਵੱਧਦੀ ਹੈ, ਕਦੇ ਘਟਦੀ ਨਹੀਂ ਹੈ। ਇਹ ਸਤਸੰਗੀਓ ਭਾਦੋ ਮਹੀਨੇ ਦੀ ਵਿਚਾਰ ਆਪ ਨੇ ਸਰਵਣ ਕੀਤੀ ਹੈ ਅਤੇ ਅਗਾਹਾਂ ਵੀ 100 ਮੀਲ 'ਤੇ ਹਾਲੇ ਜਾਣਾ, ਉੱਥੇ ਵੀ ਸੰਗਤਾਂ ਉਡੀਕ ਰਹੀਆਂ। ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਵਿਚਾਰਾਂ ਸਾਡੇ ਹਿਰਦੇ ਵਿੱਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ। ਆਪ ਜੀ ਦਾ ਧੰਨਵਾਦ। ਔਰ ਮਹਾਰਾਜ ਮਿਹਰ ਕਰਕੇ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਖਾਲਸਾ ਪੰਥ ਵਿੱਚ ਏਕਤਾ, ਉਤਪਾਦ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।